ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਸਾਡੇ ਦੇਸ਼ ਦੀ ਚੁਣਾਵੀ ਸਿਆਸਤ ਵਿੱਚ ਦੇਸ਼ ਦੀ ਸੁਰੱਖਿਆ ਕਾਫੀ ਸਮੇਂ ਤੋਂ ਇੱਕ ਵੱਡਾ ਰਾਜਨੀਤਿਕ ਮੁੱਦਾ ਬਣ ਚੁੱਕੀ ਹੈ। ਦੇਸ਼ ਮਹਾਨ ਹੈ, ਫੌਜ ਮਹਾਨ ਹੈ, ਮੋਦੀ ਜੀ ਮਹਾਨ ਹਨ। ਦੇਸ਼, ਰਿਆਸਤ, ਸਿਆਸਤ, ਸਰਕਾਰ, ਸੱਤਾਧਾਰੀ ਪਾਰਟੀ, ਮਜ਼ਬੂਤ ਨੇਤਾ ਸਭ ਆਪਸ ਵਿੱਚ ਰਲਗੜ ਹੋ ਜਾਂਦਾ। ਕਾਰਗਿਲ ਵਿੱਚ ਬਰਫ਼ ਦੀਆਂ ਪਹਾੜੀਆਂ ਉੱਤੇ ਜਵਾਨ ਖੜਾ ਹੈ। ਹੁਣ ਭਾਰਤੀ ਇਲਾਕੇ ਵਿੱਚ ਕੋਈ ਚੀਨੀ ਫੌਜੀ ਨਹੀਂ ਹੈ। ਅੰਦਰ ਵੜ ਆਏ ਚੀਨ ਬਾਰੇ ਸਵਾਲ ਪੁੱਛਣਾ ਔਖਾ ਹੀ ਨਹੀਂ, ਖਤਰੇ ਵਾਲਾ ਕੰਮ ਵੀ ਹੋ ਗਿਆ। ਗੁਆਂਢ ਵਿੱਚ ਪਾਕਿਸਤਾਨ ਸਾਡਾ ਦੁਸ਼ਮਣ ਹੈ ਤਾਂ ਉਹਦਾ ਜ਼ਿਕਰ ਚੋਣਾਂ ਵਿੱਚ ਵੀ ਆ ਜਾਂਦਾ ਤੇ ਉਹ ਜਿਹੜੇ ਚੰਗੇ ਨਹੀਂ ਲੱਗਦੇ ਉਹਨਾਂ ਨੂੰ ਪਾਕਿਸਤਾਨ ਜਾਣ ਲਈ ਕਹਿਣ ਲਈ ਇੱਕ ਵੱਡੀ ਭੀੜ ਵੀ ਸਾਡੀ ਸਿਆਸਤ ਨੇ ਹੁਣ ਜੁਟਾ ਲਈ ਹੈ। ਐਸੇ ਵਿੱਚ ਅਸੀਂ ਸੱਚਮੁੱਚ ਆਪਣੇ ਦੇਸ਼ ਦੀ ਸੁਰੱਖਿਆ ਬਾਰੇ, ਫੌਜ ਬਾਰੇ, ਇੱਕ ਤਾਂ ਸਾਨੂੰ ਮਿਲਟਰੀ ਤੇ ਆਰਮੀ ਦਾ ਵੀ ਨਹੀਂ ਪਤਾ ਲੱਗਦਾ ਆਪਸ ਵਿੱਚ ਕੀ ਫਰਕ ਹੁੰਦਾ। ਮਿਲਟਰੀ ਬਾਰੇ, ਥਲ ਸੈਨਾ ਬਾਰੇ, ਨੇਵੀ, ਜਲ ਸੈਨਾ ਬਾਰੇ, ਹਵਾਈ ਫੌਜ ਜਿਹਨੂੰ ਤੁਸੀਂ ਵਾਯੂ ਸੈਨਾ ਕਹਿੰਦੇ ਹੋ, ਇਹਦੇ ਬਾਰੇ ਕਿੰਨੇ ਗੰਭੀਰ ਆ। ਯੁੱਧ ਅਸਲ ਵਿੱਚ ਕੀ ਮਾਇਨੇ ਰੱਖਦਾ ਹੈ? ਇਹ ਜੰਗ ਹੁੰਦੀ ਕੀ ਹੈ? ਜੰਗ ਦੀ ਸੰਭਾਵਨਾ ਬਾਰੇ ਹਕੀਕੀ ਬਹਿਸ ਚਰਚਾ ਕਿੱਥੇ ਹੋ ਰਹੀ ਹੈ? ਸਾਡੇ ਲੋਕ ਵਧੇਰੇ ਕਰਕੇ ਇਹਨਾਂ ਮੁੱਦਿਆਂ ਬਾਰੇ ਜਾਂ ਤਾਂ ਸਿਆਸੀ ਨੇਤਾਵਾਂ ਦੇ ਭਾਸ਼ਣਾਂ ਤੋਂ ਸਿੱਖਦੇ ਹਨ ਜਾਂ ਫਿਰ ਦੇਸ਼ ਭਗਤੀ ਅਤੇ ਫੌਜੀ ਬਹਾਦਰੀ ਦਾ ਚੀਖ ਕੇ ਬਿਆਨ ਕਰਦੀਆਂ ਫਿਲਮਾਂ ਤੋਂ। ਆਮ ਲੋਕ ਸੁਰੱਖਿਆ ਨੀਤੀਆਂ ਬਾਰੇ, ਫੌਜ ਬਾਰੇ, ਅੰਤਰਰਾਸ਼ਟਰੀ ਸਬੰਧਾਂ ਬਾਰੇ ਕਿਤਾਬਾਂ ਖਰੀਦਣ ਪੜ੍ਹਨ ਤਾਂ ਤੁਰ ਨਹੀਂ ਪੈਂਦੇ ਤੇ ਰਹਿ ਗਿਆ ਮੀਡੀਆ ਦੀਆਂ ਬਹਿਸਾਂ ਵੀ ਹੁਣ ਸਿਆਸੀ ਮੁਫਾਦਾਂ ਨਾਲ ਭਰੀਆਂ ਹੁੰਦੀਆਂ ਹਨ। ਇਸ ਲਈ ਇਹ ਸਮਝਣਾ ਸਮਝਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਕਿ ਹੁਣ ਯੁੱਧ ਦੀ ਸੰਭਾਵਨਾ ਕੀ ਹੈ, ਅਸੀਂ ਕਿੰਨੇ ਤਿਆਰ ਹਾਂ, ਯੁੱਧ ਹੁਣ ਕਿਸ ਤਰ੍ਹਾਂ ਦੇ ਹੋਣਗੇ, ਕੀ ਕੋਈ ਐਲਾਨ ਕਰੇਗਾ ਕਿ ਯੁੱਧ ਸ਼ੁਰੂ ਹੋ ਗਿਆ, ਕੀ ਆਲਰੇਡੀ ਹੁਣੇ ਹੀ ਯੁੱਧ ਹੋ ਰਿਹਾ ਹੈ, ਇਸ ਵੇਲੇ ਜੰਗ ਚੱਲ ਰਹੀ ਹੈ। ਪਹਿਲਾਂ ਜੇ ਤੁਸੀਂ ਬਾਰਡਰ ਤੇ ਰਹਿੰਦੇ ਸੀ ਤਾਂ ਤੁਹਾਨੂੰ ਖਤਰਾ ਸੀ, ਹੁਣ ਹਰ ਕੋਈ ਬਾਰਡਰ ਤੇ ਰਹਿੰਦਾ, ਭਾਵੇਂ ਉਹ ਮੱਧ ਪ੍ਰਦੇਸ਼ ਦੇ ਵਿੱਚ ਰਹਿ ਰਿਹਾ ਹੋਵੇ। ਚੰਡੀਗੜ੍ਹ ਵਿੱਚ, ਪੰਜਾਬ ਹਰਿਆਣੇ ਦੀ ਰਾਜਧਾਨੀ ਵਿੱਚ ਇਸ ਹਫ਼ਤੇ ਦੇ ਅੰਤ ਉੱਤੇ ਮਿਲਟਰੀ ਲਿਟਰੇਚਰ ਫੈਸਟੀਵਲ ਹੋਇਆ। ਆਰਮੀ ਨਾਲ ਸੰਬੰਧਿਤ ਸਾਹਿਤ ਬਾਰੇ ਇੱਕ ਮੇਲਾ ਲੱਗਿਆ। ਇੱਕ ਐਸਾ ਪਲੇਟਫਾਰਮ ਜਿੱਥੇ ਇਹੋ ਜਿਹੀਆਂ ਵਿਚਾਰਾਂ ਚੰਗੇਰੇ ਮਾਹੌਲ ਵਿੱਚ ਹੋ ਜਾਂਦੀਆਂ ਨੇ, ਪਰ ਆਮ ਲੋਕਾਂ ਦੀ ਸਮਝ, ਉਸ ਦਾ ਨਿਰਮਾਣ ਤਾਂ ਅਜੇ ਮੁਕਾਬਲੇਬਾਜ਼ੀ ਵਾਲੀ ਸਿਆਸਤ ਹੀ ਕਰਦੀ ਆ ਰਹੀ ਹੈ। ਸੋ ਉਸ ਤੋਂ ਦੂਰ ਹਟ ਕੇ ਸੁਰੱਖਿਆ ਬਾਰੇ, ਯੁੱਧ ਬਾਰੇ, ਅਮਨ ਬਾਰੇ, ਉਹ ਕਾਰਗਿਲ ਉੱਤੇ ਖੜੇ ਫੌਜੀ ਬਾਰੇ ਜਿਹਦੇ ਬਾਰੇ ਬੜਿਆਂ ਨੂੰ ਚਿੰਤਾ ਹੈ, ਉਹਦੇ ਬਾਰੇ ਗੱਲ ਕਰਨ ਦਾ ਮਨ ਸੀ। ਇਸ ਲਈ ਅਸੀਂ ਅੱਜ ਮਦੂ ਕੀਤਾ ਹੈ ਜਨਰਲ NS ਬਰਾੜ ਜੀ ਨੂੰ। ਜਨਰਲ NS ਬਰਾੜ ਜੀ ਯੁੱਧ ਦਾ ਕੋਈ ਐਸਪੈਕਟ ਨਹੀਂ ਜਿਸ ਨੂੰ ਨਹੀਂ ਜਾਣਦੇ ਹੋਣਗੇ। ਪਹਿਲਾਂ ਕਿਵੇਂ ਦੇ ਹੁੰਦੇ ਸਨ, ਮੁੱਢ ਕਦੀਮ ਤੋਂ ਕਿਵੇਂ ਦੇ ਸਨ, ਤੇ ਆਉਣ ਵਾਲੇ ਭਵਿੱਖ ਵਿੱਚ ਜਿਸ ਬਾਰੇ ਅਸੀਂ ਕਿਆਸ ਵੀ ਨਹੀਂ ਕਰ ਸਕਦੇ ਕਿਵੇਂ ਦੇ ਹੋਣਗੇ, ਇਹਨਾਂ ਨਾਲ ਨਜਿੱਠਦੇ ਨੇ। ਬਠਿੰਡਾ ਕੋਰ ਦੇ 10 ਕੋਰ ਦੇ ਕਮਾਂਡਰ ਇਨ ਚੀਫ ਰਹੇ ਨੇ, ਕੋਰ ਕਮਾਂਡਰ ਰਹੇ ਨੇ, ਔਰ ਆਰਮਡ ਫੋਰਸਿਸ ਟ੍ਰਿਬਿਊਨਲ ਜਿੱਥੇ ਫੌਜੀ ਅਫਸਰ ਆਪਣੀਆਂ ਸ਼ਿਕਾਇਤਾਂ ਲੈ ਕੇ ਜਾਂਦੇ ਨੇ, ਆਪਣੇ ਦੁੱਖੜੇ ਲੈ ਕੇ ਜਾਂਦੇ ਨੇ, ਉਸ AFT ਦੇ ਵਿੱਚ, ਆਰਮਡ ਫੋਰਸਿਸ ਟ੍ਰਿਬਿਊਨਲ ਦੇ ਵਿੱਚ ਜੱਜ ਨੇ, ਬਲਕਿ ਆਰਮਡ ਫੋਰਸਿਸ ਟ੍ਰਿਬਿਊਨਲ ਨੂੰ ਤਾਮੀਰ ਕਰਨ ਵਾਲੇ ਮੁੱਢਲੇ ਲੋਕਾਂ ਵਿੱਚੋਂ ਨੇ। ਸਾਡੇ ਨਾਲ ਜੁੜ ਰਹੇ ਨੇ ਵਿਕਰਮਜੀਤ ਸਿੰਘ ਜੀ। ਵਿਕਰਮਜੀਤ ਸਿੰਘ ਜੀ ਬਹੁਤ ਹੀ ਸੀਨੀਅਰ ਡਿਫੈਂਸ ਕੋਰਸਪੋਂਡੈਂਟ ਰਹੇ ਨੇ, ਡਿਫੈਂਸ ਐਨਾਲਿਸਟ ਨੇ। ਦੇਸ਼ ਦੇ ਵਿੱਚ ਤੇ ਦੇਸ਼ ਦੀ ਦੂਸਰੇ ਦੇਸ਼ਾਂ ਦੇ ਨਾਲ ਸੰਬੰਧ ਕਿਸ ਤਰ੍ਹਾਂ ਦੇ ਨੇ, ਉਹਨਾਂ ਦੀਆਂ ਫੌਜਾਂ ਕਿਸ ਤਰ੍ਹਾਂ ਦੇ ਨੇ, ਆਪਸ ਵਿੱਚ ਤਾਕਤ ਦਾ ਤਵਾਜ਼ੁਨ ਕਿਸ ਕਿਸਮ ਦਾ ਹੈ। ਇਹ ਐਟਮ ਬੰਬ ਤੋਂ ਬਾਅਦ ਵਾਲੇ ਜਿਹੜੇ ਵੱਡੇ ਐਟਮ ਬੰਬ ਆਏ ਨੇ, ਜਿਨ੍ਹਾਂ ਦੇ ਅਜੇ ਸਾਨੂੰ ਨਾਂ ਨਹੀਂ ਪਤਾ, ਕੋਈ ਸੁਪਰਸੋਨਿਕ ਮਿਜ਼ਾਈਲਾਂ, ਹਾਈਪਰਸੋਨਿਕ ਮਿਜ਼ਾਈਲਾਂ, ਹੁਣ ਤੇ ਸੁਣਿਆ ਚੰਦ ਤਾਰਿਆਂ ਦੀ ਦੁਨੀਆ ਦੇ ਵਿੱਚ, ਸਪੇਸ ਦੇ ਵਿੱਚ ਵੀ ਮਿਜ਼ਾਈਲਾਂ ਚੱਲਿਆ ਕਰਨਗੀਆਂ, ਇੱਕ ਤਾਰਾ ਦੂਜੇ ਤਾਰੇ ਨੂੰ ਫੁੰਡਿਆ ਕਰੇਗਾ। ਦਰਅਸਲ ਸਾਡੀ ਸਾਰੀ ਸੰਸਾਰ ਜੀਵਨ ਯਾਪਨ ਵੈਪਨਾਈਜ਼ ਹੋ ਚੁੱਕਿਆ, ਹਰ ਚੀਜ਼ ਹਥਿਆਰ ਹੈ, ਸਿਰਫ ਤੋਪਾਂ, ਹਵਾਈ ਜਹਾਜ਼, ਮਿਜ਼ਾਈਲਾਂ ਤੇ ਐਟਮ ਬੰਬ ਨਹੀਂ। ਜਿਹੜੀ ਤੁਸੀਂ ਰੋਟੀ ਖਾ ਰਹੇ ਹੋ ਇਹ ਵੀ ਹਥਿਆਰ ਹੈ, ਜਿਹੜਾ ਪਾਣੀ ਪੀ ਰਹੇ ਹੋ ਇਹ ਵੀ ਹਥਿਆਰ ਹੈ, ਜਿਹੜਾ ਤੇਲ ਤੁਹਾਡੀ ਗੱਡੀ 'ਚ ਪੈਂਦਾ ਇਹ ਵੀ ਹਥਿਆਰ ਹੈ। ਇਹ ਅਜਿਹਾ ਕਿਸ ਤਰ੍ਹਾਂ ਹੋ ਸਕਦਾ, ਇਹ ਸਾਨੂੰ ਸਮਝਾਉਣਗੇ। ਜਨਰਲ ਬਰਾੜ, ਮੈਨੂੰ ਇੱਕ ਗੱਲ ਦੱਸੋ ਕਿ ਸਾਡੇ ਲੋਕ ਜੰਗ ਨੂੰ ਕਿਵੇਂ ਸਮਝਣ। ਮੈਨੂੰ ਪੁਰਾਣੀ ਗੱਲ ਜਦੋਂ ਅਸੀਂ ਸਮਝਦੇ ਸੀ ਤਾਂ ਬੜਾ ਸਾਫ਼ ਸੀ। ਪਾਕਿਸਤਾਨ ਕੁਝ ਲੋਕਾਂ ਨੂੰ ਤਿਆਰ ਕਰਤਾ, ਬਹਾਦਰ ਲੋਕਾਂ ਨੂੰ ਚੁਣਦਾ, ਉਹਨਾਂ ਨੂੰ ਰੰਗਰੂਟ ਭਰਤੀ ਕੀਤਾ ਜਾਂਦਾ। ਤੁਹਾਡੇ ਵਰਗੇ ਲੋਕ ਉੱਥੇ ਵੀ ਉਹਨਾਂ ਨੂੰ ਟ੍ਰੇਨ ਕਰਦੇ ਨੇ, ਇੱਥੇ ਵੀ ਉਹਨਾਂ ਨੂੰ ਟ੍ਰੇਨ ਕਰਦੇ ਨੇ। ਉਹਨਾਂ ਵਿੱਚ ਬਹਾਦਰੀ ਦਾ ਜਜ਼ਬਾ ਹੁੰਦਾ। ਉਹ ਆਪਣੀ ਮਾਂ ਪਾਕਿਸਤਾਨ ਲਈ ਖੜਾ ਹੋ ਜਾਂਦਾ ਹੋਏਗਾ, ਇਹ ਮਾਂ ਭਾਰਤੀ ਲਈ ਖੜਾ ਹੋ ਜਾਂਦਾ, ਤੇ ਜਵਾਨ ਇੱਕ ਦੂਸਰੇ ਨਾਲ ਭਿੜ ਜਾਂਦੇ ਨੇ ਤੇ ਸ਼ਹਾਦਤਾਂ ਦੇ ਦਿੰਦੇ ਨੇ। ਅਸੀਂ ਇਸ ਕਰਕੇ ਚੈਨ ਦੀ ਨੀਂਦ ਸੌਂਦੇ ਹਾਂ। ਮੋਟੀ ਸਾਡੀ ਇਹ ਸਮਝ ਫੌਜ ਬਾਰੇ ਹੈ।
ਅੱਜ ਦੀ ਤਰੀਕ ਦੇ ਵਿੱਚ ਜੇ ਜੰਗ ਹੋਵੇਗੀ ਤਾਂ ਮੇਰੇ ਲੋਕਾਂ ਨੂੰ ਕੀ ਸਮਝ ਆਵੇਗਾ ਕਿ ਜੇ ਪਾਕਿਸਤਾਨੀ ਫੌਜ ਬਹਾਦਰ ਹੋਈ ਤਾਂ ਉਹ ਜਿੱਤ ਜਾਵੇਗੀ, ਪਰ ਇਹ ਤਾਂ ਅਸੀਂ ਸੋਚ ਵੀ ਨਹੀਂ ਸਕਦੇ, ਕਹਿ ਵੀ ਨਹੀਂ ਸਕਦੇ। ਸਾਡੀ ਫੌਜ ਬਹਾਦਰ ਹੈ ਸੋ ਅਸੀਂ ਪਾਕਿਸਤਾਨ ਨੂੰ ਹਰਾ ਦੇਣਾ। ਇਹ ਜੰਗ ਇਵੇਂ ਹੋਵੇਗੀ? ਕਿਸ ਕਿਸਮ ਦੀ ਜੰਗ ਹੋਵੇਗੀ? ਤੇ ਦੂਜੇ ਦੁਸ਼ਮਣ ਨਾਲ ਕਿਵੇਂ ਹੋਵੇਗੀ? ਚੀਨ ਨਾਲ ਕਿਵੇਂ ਹੋਵੇਗੀ? ਗੱਲ ਇੰਝ ਹੈ ਜੀ ਵੀ ਜਿਹੜਾ ਸਾਡੇ ਲੋਕਾਂ ਦਾ ਜਾਂ ਆਮ ਪਬਲਿਕ ਦਾ ਜੰਗ ਬਾਰੇ ਅੰਡਰਸਟੈਂਡਿੰਗ ਹੈ, ਜਿਵੇਂ ਤੁਸੀਂ ਹੁਣੇ ਆਖਿਆ ਹੈ, ਉਹ ਬੜਾ ਰੋਮਾਂਟਿਕ ਜਿਹਾ ਹੈ, ਇੱਕ ਕਿਸਮ ਦਾ ਮੇਕ ਬਲੀਫ ਜਿਹਨੂੰ ਕਹਿੰਦੇ ਹੈਗੇ ਹੈ, ਕਹਾਣੀ ਬਣੀ ਵੀ ਹੈ ਉਹ। ਲੇਕਿਨ ਜਿਹੜੀ ਅਸਲੀਅਤ ਹੈ ਉਹ ਇਸ ਤੋਂ ਬਹੁਤ ਦੂਰ ਹੈ। ਜੰਗ ਇੱਕ ਬੜੀ ਕੰਪਲੈਕਸ ਚੀਜ਼ ਹੈ। ਪਹਿਲੀ ਗੱਲ ਤਾਂ ਜੰਗ ਐਵੇਂ ਨਹੀਂ ਛਿੜਨਾ ਚਾਹੀਦਾ ਜਾਂ ਛਿੜ ਸਕਦਾ ਹੈ ਬਈ ਇਹਨੇ ਮੈਨੂੰ ਕੁਝ ਆਖਿਆ ਜਾਂ ਮੇਰਾ ਇਹਦੇ ਨਾਲ ਝਗੜਾ ਹੈ ਤੇ ਮੈਂ ਇਹਦੇ ਨਾਲ ਜੰਗ ਸ਼ੁਰੂ ਕਰ ਲਿਆ। ਜੰਗ ਦੇ ਪਿੱਛੇ ਇੱਕ ਬੜੀ ਲੰਬੀ ਚੌੜੀ ਸੋਚ ਸਮਝ ਦੀ ਇੱਕ ਏਮ ਹੋਣਾ ਚਾਹੀਦਾ ਵੀ ਤੁਸੀਂ ਜੰਗ ਕਿਉਂ ਲੜ ਰਹੇ ਹੋ, ਕਿਸ ਵਾਸਤੇ ਲੜ ਰਹੇ ਹੋ। ਉਹਦਾ ਅਲਟੀਮੇਟ ਏਮ ਇਹ ਹੁੰਦਾ ਹੈ ਕਿ ਜੋ ਤੁਹਾਡਾ ਏਮ ਹੈ, ਜੋ ਤੁਹਾਡਾ ਫਾਈਨਲ ਆਬਜੈਕਟਿਵ ਹੈ, ਉਹ ਅਚੀਵ ਕਰਨ ਵਾਸਤੇ ਤੁਸੀਂ ਅਗਲੇ ਨੂੰ ਮਨਾਉਣਾ ਹੈ। ਉਹਦੇ ਵਾਸਤੇ ਜੋ ਕੁਝ ਵੀ ਹੋਊਗਾ ਉਹ ਜੰਗ ਦੇ ਵਿੱਚ ਜਾਏਗਾ। ਹੁਣ ਇਹ ਤੋਪ ਜਹਾਜ਼ ਇਹ ਤਾਂ ਸੀਗਾ ਹੀ ਸੀ। ਹੁਣ ਕੀ ਹੈ, ਮੈਂ ਕਿਸੇ ਨੂੰ ਆਪਣੀ ਗੱਲ ਦੇ ਉੱਤੇ ਜਾਂ ਆਪਣੇ ਪੁਆਇੰਟ ਆਫ ਵਿਊ ਤੇ ਲਿਆਉਣ ਵਾਸਤੇ ਮੈਂ ਉਹਦੀ ਕਣਕ ਬੰਦ ਕਰ ਸਕਦਾ, ਉਹਦਾ ਤੇਲ ਪਾਣੀ ਬੰਦ ਕਰ ਸਕਦਾ, ਉਹਦੇ ਸਾਈਬਰ ਅਟੈਕ ਕਰਕੇ ਸਾਰੇ ਸਿਸਟਮ ਬਰਬਾਦ ਕਰ ਸਕਦਾ। ਤੁਹਾਡੀਆਂ ਜਿੰਨੀਆਂ ਰੇਲਵੇਜ਼ ਹੈ, ਗ੍ਰਿਡ ਹੈ, ਬਿਜਲੀਆਂ ਦੀ ਗ੍ਰਿਡ ਹੈਗੀ ਹੈ, ਆ ਪਿੱਛੇ ਤੁਸੀਂ ਦੇਖਿਆ ਸੀ ਆਪਣਾ ਦਿੱਲੀ ਆਲ ਇੰਡੀਆ ਮੈਡੀਕਲ ਸਰਵਿਸਿਜ਼ ਦੇ ਵਿੱਚ ਜੀ ਉਹਨਾਂ ਦਾ ਪੂਰਾ ਸਿਸਟਮ ਹੈਕ ਹੋ ਗਿਆ ਤੇ ਸਾਰਾ ਕੁਝ ਹੀ ਠੱਪ ਹੋ ਗਿਆ। ਤੇ ਇਹ ਮਤਲਬ ਹਥਿਆਰ ਸੀਗਾ, ਇਹ ਹਥਿਆਰ ਸੀਗਾ ਜਿਹੜਾ ਸੁੱਟ ਦਿੱਤਾ ਉਹਨਾਂ ਨੇ, ਇਹ ਬੰਬ ਹੈ। ਤੇ ਹੁਣ ਤੁਸੀਂ ਇਮੇਜਿਨ ਕਰੋ ਵੀ ਕੱਲ ਨੂੰ ਤੁਹਾਡੀ ਬਿਜਲੀ ਦੀ ਜਿਹੜੀ ਪੂਰੀ ਗ੍ਰਿਡ ਹੈ ਕੰਪਿਊਟਰਾਂ ਤੇ ਚੱਲਦੀ ਹੈ ਤੇ ਉਹ ਕੰਪਿਊਟਰ ਦੇ ਵਿੱਚ ਹੀ ਕੋਈ ਦਖਲ ਦੇ ਦੇਵੇ ਤਾਂ ਤੁਹਾਡਾ ਕੀ ਹਾਲ ਹੋਊਗਾ। ਤੋ ਇਹ ਸਮਝਣ ਦੀ ਜ਼ਰੂਰਤ ਹੈਗੀ ਹੈ ਵੀ ਇਹ ਜਿਹੜਾ ਜੰਗ ਹੈ, ਜਿਹੜੇ ਅਸੀਂ ਕਹਾਣੀਆਂ ਬਣਾਉਂਦੇ ਆ ਜਾਂ ਪਿਕਚਰਾਂ 'ਚ ਦਿਖਾਉਂਦੇ ਆ, ਇਹ ਅਸਲੀਅਤ ਨਹੀਂ ਗੀ। ਅਸਲੀਅਤ ਬਹੁਤ ਗਹਿਰੀ ਹੈ ਤੇ ਬਹੁਤ ਇਹਦੇ ਕਨਸੀਕੁਐਂਸਿਸ ਖਤਰਨਾਕ ਹੈ। ਵਿਕਰਮ ਜੀ, ਤੇ ਐਕਸਪਲੇਨ ਟੂ ਮੀ, ਮੈਂ ਫੌਜੀ ਦਾ ਨਾ ਇੱਕ ਕਨਸੈਪਟ ਮਨ ਦੇ ਵਿੱਚ ਸੋਚ ਕੇ ਆਇਆ ਵੀ ਅੱਜ ਜਨਰਲ ਸਾਹਿਬ ਨਾਲ ਗੱਲ ਕਰਨੀ ਹੈ। ਜਨਰਲ ਸਾਹਿਬ ਕਹਿੰਦੇ ਨੇ ਏਮਸ ਦਾ ਸਰਵਰ ਡਾਊਨ ਹੋ ਗਿਆ ਤੇ ਬੰਬ ਡਿੱਗ ਪਿਆ। ਇਹਦਾ ਮਤਲਬ ਜਿਹੜਾ ਮੇਰਾ ਲੜਕਾ ਬੈਠ ਕੇ ਉਹ ਆਈਟੀ ਸੈਕਟਰ ਦੇ ਵਿੱਚ ਕੰਮ ਕਰ ਰਹੇ ਨੇ, ਸੌਫਟਵੇਅਰ ਡਿਵੈਲਪ ਕਰ ਰਹੇ ਨੇ, ਐਪਲੀਕੇਸ਼ਨਸ ਡਿਵੈਲਪ ਕਰ ਰਹੇ ਨੇ, ਫਿਰ ਜਦੋਂ ਮੈਂ ਫੌਜੀ ਬਾਰੇ ਸੋਚਦਾ ਤੇ ਮੇਰੇ ਤਸੱਵਰ ਦੇ ਵਿੱਚ ਤੇ ਉਹ ਵੀ ਆਣੇ ਚਾਹੀਦੇ ਨੇ। ਇਹਦਾ ਮਤਲਬ ਉਹ ਫੌਜੀ ਨੇ, ਜੰਗ ਉਹ ਅੱਗੋਂ ਲੜਨਗੇ, ਉਹ ਵੀ ਕਾਊਂਟਰ ਅਟੈਕ ਕਰਨਗੇ। ਕਿ ਅਸੀਂ ਯੁੱਧ ਬਾਰੇ ਨਹੀਂ ਜਾਣਦੇ, ਅਮਨ ਬਾਰੇ ਨਹੀਂ ਜਾਣਦੇ, ਦਰਅਸਲ ਅਸੀਂ ਫੌਜੀ ਬਾਰੇ ਵੀ ਨਹੀਂ ਜਾਣਦੇ। ਉਹ ਤਸੱਵਰ ਵੀ ਦੁਬਾਰਾ ਤੋਂ ਕਰਨਾ ਪਏਗਾ। ਨਹੀਂ ਦੇਖੋ ਐਸਪੀ, ਹੁਣ ਟੈਕਨੋਲੋਜੀ ਇੰਨੀ ਵੱਧ ਗਈ ਹੈਗੀ ਹੈ ਔਰ ਪੈਨੇਟ੍ਰੇਸ਼ਨ ਇੰਨੀ ਹੋ ਗਈ ਹੈ ਟੈਕਨੋਲੋਜੀ ਦੀ ਕਿ ਤੁਹਾਨੂੰ ਜਿਹੜਾ ਅਸੀਂ ਜੰਗ ਸਮਝਦੇ ਸੀ ਕਿ ਸਾਡੇ ਟੈਂਕ ਜਾਣਗੇ, ਤੋਪਾਂ ਜਾਣਗੀਆਂ, ਸਾਡੇ ਬੇਨਟ ਲੈ ਕੇ ਚਾਰਜ ਕਰਨਗੇ, ਬਿਲਕੁਲ ਉਹ ਲਈ ਜਿਹੜੀ ਜੰਗ ਦੀ ਪੋਸਿਬਿਲਿਟੀ ਘੱਟ ਹੋ ਰਹੀ ਹੈ। ਇਹ ਨਹੀਂ ਕਿ ਹੋਏਗਾ, ਹੋ ਸਕਦਾ ਹੈ, ਯੂਕਰੇਨ ਰਸ਼ੀਆ ਸ਼ੋਅ ਕੀਤਾ ਕਿ ਹੋ ਰਿਹਾ, ਲੇਕਿਨ ਅੱਜ ਕੱਲ ਕੀ ਦੇਸ਼ ਕਰਦੇ ਨੇ ਕਿ ਆਮਨੇ ਸਾਹਮਣੇ ਦੀ ਜੰਗ ਨਹੀਂ ਕਰਦੇ। ਹੁਣ ਜਿਸ ਤਰ੍ਹਾਂ ਜਨਰਲ ਬਰਾੜ ਨੇ ਕਿਹਾ ਕਿ ਏਮਸ ਦਾ ਸਰਵਰ ਡਾਊਨ ਕਰਤਾ, ਇਹ ਬਾਹਰ ਦੇ ਕੋਈ ਹੈਕਰ ਸੀਗੇ ਜਿਨ੍ਹਾਂ ਨੇ ਇੰਟਰਨੈਟ ਯੂਜ਼ ਕਰਕੇ ਉਹਨੂੰ ਡਾਊਨ ਕਰਤਾ। ਕੁਝ ਮਹੀਨੇ ਆਈ ਥਿੰਕ ਪਿਛਲੇ ਸਾਲ ਮਹਾਰਾਸ਼ਟਰ ਦੀ ਇਲੈਕਟ੍ਰਿਸਿਟੀ ਸਪਲਾਈ ਤੇ ਹਮਲਾ ਹੋਇਆ ਸੀ, ਸਾਈਬਰ ਅਟੈਕ ਬੜਾ ਜ਼ਬਰਦਸਤ, ਉਹ ਡਾਊਨ ਕਰਤਾ ਸੀ ਮਹਾਰਾਸ਼ਟਰ ਦੀ ਸਪਲਾਈ। ਸੋ ਇਹਨਾਂ ਨੂੰ ਇਹ ਜ਼ਰੂਰਤ ਨਹੀਂ ਕਿ ਤੁਸੀਂ ਜਾ ਕੇ ਜਿਹੜਾ ਅਸੀਂ ਫੌਜੀ ਜੰਗ ਸਮਝਦੇ ਆ, ਜਿਸ ਤਰ੍ਹਾਂ ਕਾਰਗਿਲ ਵਿੱਚ ਯੁੱਧ ਹੋਇਆ ਸੀ, ਉਹ ਕਾਰਗਿਲ ਵਾਲੇ ਯੁੱਧ ਹੁਣ ਇੰਨੀ ਸੌਖੇ ਔਰ ਇੰਨੀ ਈਜ਼ੀਲੀ ਨਹੀਂ ਹੋਣਗੇ। ਦੂਜੇ ਜਿਹੜੇ ਸਾਡੇ ਦੁਸ਼ਮਣ ਨੇ ਉਹ ਦੂਜੇ ਮੀਨਸ ਯੂਜ਼ ਕਰਨਗੇ ਥਰੂ ਟੈਕਨੋਲੋਜੀ। ਸੋ ਇੱਕ ਸਾਈਬਰ ਅਟੈਕ ਦਾ ਹੋਣਾ। ਦੂਜਾ ਤੁਸੀਂ ਦੇਖੋ ਹਰ ਦੇਸ਼ ਨੂੰ ਪਾਣੀ ਦੀ ਬੜੀ ਜ਼ਰੂਰਤ ਹੈ। ਹੁਣ ਚਾਈਨਾ ਕੀ ਕਰ ਰਿਹਾ, ਜਿਹੜਾ ਬ੍ਰਹਮਪੁੱਤਰ ਆਉਂਦਾ ਹੈ ਸਾਡਾ ਨਾਰਥ ਈਸਟ ਵਿੱਚ ਅਸਾਮ ਵਿੱਚ, ਅੱਗੇ ਫਿਰ ਬੰਗਲਾਦੇਸ਼ ਤੱਕ ਜਾਂਦਾ ਹੈ, ਉਹ ਉੱਥੇ ਚਾਈਨਾ ਵੱਡੇ ਵੱਡੇ ਡੈਮਸ ਬਿਲਡ ਕਰ ਰਿਹਾ। ਉਹ ਕਦੋਂ ਦਾ ਉਹ 3 ਗੋਰਜਸ ਡੈਮ ਸ਼ੁਰੂ ਕੀਤਾ ਹੋਇਆ ਨਾ ਵੱਡਾ, ਉਹ ਉਹਦੇ ਨਾਲ ਪਾਣੀ ਕੰਟਰੋਲ ਕਰ ਲੇਗਾ। ਉਹ ਪਾਣੀ ਨੂੰ ਕਿਤੇ ਹੋਰ ਵੀ ਭੇਜ ਸਕਦਾ ਹੈ ਜਾਂ ਇੱਕ ਸਮੇਂ ਪਾਣੀ ਨੂੰ ਰਿਲੀਜ਼ ਕਰਕੇ ਸਾਡੇ। ਸੋ ਲੈਟ ਮੀ ਆਸਕ ਯੂ, ਇਹਦਾ ਮਤਲਬ ਜੇ ਇੱਕ ਦੇਸ਼ ਕਹਿੰਦਾ, ਜੇ ਚਾਈਨਾ ਕਹਿੰਦਾ ਮੈਂ ਇੱਥੇ ਹੋਰ ਡੈਮ ਬਣਾਉਣ ਲੱਗਾ, ਇਹ ਆਲਮੋਸਟ ਮੈਨੂੰ ਤਾਂ ਇਦਾਂ ਸਾਊਂਡ ਕਰ ਰਿਹਾ ਜਿੱਦਾਂ ਇਹ ਡੈਕਲੇਰੇਸ਼ਨ ਆਫ ਵਾਰ ਵੀ ਹੋ ਸਕਦੀ ਹੈ। ਇਹਦਾ ਮਤਲਬ ਤੁਹਾਡਾ ਪਾਣੀ ਰੋਕਣ ਲੱਗਿਆ। ਇਟ ਇਜ਼ ਡੈਕਲੇਰੇਸ਼ਨ ਆਫ ਵਾਰ। ਤੁਸੀਂ ਸਾਡੇ ਪੰਜਾਬ ਦੇ ਬਾਰਡਰ ਤੇ ਦੇਖੋ, ਪਾਕਿਸਤਾਨ ਡਰੋਨਸ ਭੇਜ ਰਿਹਾ, ਵੈਪਨਸ, ਐਕਸਪਲੋਸਿਵਸ, ਬੰਬ, ਡਰੱਗਸ ਸਾਰਾ ਭੇਜ ਰਿਹਾ। ਇਹਦੇ ਨਾਲ ਥੋੜੀ ਸੀ ਡਰ ਜਾਣਗੇ। ਨਹੀਂ ਡਰਨੇ, ਇਹ ਇੱਕ ਅਗੇਨ ਜੰਗ ਚੱਲ ਰਿਹਾ। ਜਿਹੜੇ ਸਾਡੇ ਮੂਸੇਵਾਲਾ ਦੀ ਕਿਲਿੰਗ ਹੋਈ ਹੈ ਸਿੰਗਰ ਦੀ, ਉਹ ਪਾਕਿਸਤਾਨੀ ਵੈਪਨਸ ਨਾਲ ਹੋਈ ਹੈ ਜੋ ਬਾਰਡਰ ਦੇ ਅਕ੍ਰੋਸ ਆਏ ਨੇ।
ਉਹਦੇ ਨਾਲ ਕੀ ਹੋਇਆ ਕਿ ਪੋਲੀਟੀਕਲ ਇਨਸਟੇਬਿਲਿਟੀ ਇੰਨੀ ਹੋਈ ਕਿ ਆਲਮੋਸਟ ਸਟੇਟ ਡੀਸਟੈਬਲਾਈਜ਼ ਹੋ ਗਈ ਸੀ ਜੰਗ ਕਰਕੇ ਡੀਸਟੇਬਲਾਈਜ਼ ਕਰਨਾ, ਤੁਸੀਂ ਗੈਂਗਸਟਰਿਜ਼ਮ ਕ੍ਰੀਏਟ ਕਰਕੇ, ਲਾਲੈਸਨੈਸ ਕ੍ਰੀਏਟ ਕਰਕੇ ਡੀਸਟੇਬਲਾਈਜ਼ ਕਰ ਸਕਦੇ ਇਹ ਹੋ। ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਡੀ ਜਿਹੜੀ ਸਮਝ ਹੈਗੀ ਹੈ ਜੰਗ ਦੀ, ਜੋ ਅਸੀਂ ਟੀਵੀ ਤੇ ਦੇਖਦੇ ਹਾਂ, ਸਾਡਾ ਫੌਜੀ ਮਰ ਗਿਆ, ਉਹਦੀ ਫੈਮਿਲੀ ਰੋ ਰਹੀ ਹੈ, ਵਿਡੋ ਰੋ ਰਹੀ ਹੈ, ਨੇਤਾ ਲੋਕ ਆ ਕੇ ਉਹਨੂੰ ਹਾਰ ਪਾ ਰਹੇ ਨੇ, ਪਿਕਚਰਾਂ ਦੇਖਦੇ ਕੈਪਟਨ ਵਿਕਰਮ ਬਤਰਾ ਨੇ ਚਾਰਜ ਕੀਤਾ, ਉਹਨਾਂ ਨੇ ਇੰਨੇ ਮਾਰਤੇ। ਉਹ ਜੰਗ ਦੀ ਪੋਸਿਬਿਲਿਟੀਜ਼ ਹੁਣ ਘੱਟ ਹੋ ਰਹੀਆਂ। ਦੂਜੇ ਜੰਗ ਇਹਨਾਂ ਨੇ ਸ਼ੁਰੂ ਕਰਤੇ। ਹੁਣ ਸਾਡੀ ਸੈਟੇਲਾਈਟ ਹੈ, ਸੈਟੇਲਾਈਟ ਸਾਰੇ ਸਿਗਨਲ ਆਉਂਦੇ ਨੇ, ਸਾਡੀ ਕਮਿਊਨੀਕੇਸ਼ਨ ਚੱਲਦੀ ਹੈ। ਹੁਣ ਚਾਈਨਾ ਕੋਲ ਇਸ ਤਰ੍ਹਾਂ ਦੇ ਵੈਪਨਸ ਹੈਗੇ ਨੇ, ਉਹ ਸਾਡੀ ਸੈਟੇਲਾਈਟ ਉਡਾ ਸਕਦਾ ਹੈਗਾ। ਸਾਡਾ ਸਾਰਾ ਕਮਿਊਨੀਕੇਸ਼ਨ ਸਿਸਟਮ ਬੈਠ ਜਾਏਗਾ ਥਰੂ ਸੈਟੇਲਾਈਟ। ਇਹ ਕੰਮ ਨਾ ਉਧਰੋਂ ਫੌਜੀਆਂ ਨੇ ਕਰਨਾ ਨਾ ਇਧਰੋਂ ਫੌਜੀਆਂ ਨੇ ਕਰਨਾ। ਸੋ ਉਧਰ ਵੀ ਡੋਮੇਨ ਐਕਸਪਰਟਸ ਇਹ ਕੰਮ ਕਰ ਰਹੇ ਹੋਣਗੇ, ਸੌਫਟਵੇਅਰ ਇੰਜੀਨੀਅਰਸ ਇਹਨਾਂ ਕੰਮਾਂ ਤੇ ਲੱਗੇ ਹੋਣਗੇ। ਉਹ ਤਾਂ ਹੁਣ ਕਹਿ ਰਹੇ ਨੇ ਕਿ ਰੋਬੋਟਿਕਸ ਆ ਰਹੇ ਨੇ, ਆਰਟੀਫਿਸ਼ੀਅਲ ਇੰਟੈਲੀਜੈਂਸ ਆ ਰਹੀ ਹੈ। ਪੰਜਾਬੀ ਦੇ ਪਿੰਡਾਂ 'ਚ ਸ਼ਾਇਦ ਕੋਈ ਬਹੁਤ ਦਰਸ਼ਕ ਇਹ ਗੱਲ ਨਾ ਸਮਝ ਸਕਣ। ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਜੇ ਮੈਂ ਇੰਝ ਸਮਝਾ ਦਿਆਂ ਵੀ ਇੱਕ ਸਿਆਣਾ ਆਦਮੀ ਹੋਵੇ ਤਾਂ ਉਹਦੇ ਦਿਮਾਗ ਨਾਲ ਸੋਚਿਆ ਜਾ ਸਕਦਾ। ਤੁਸੀਂ ਸੋਚੋ ਕਿ 10-15 ਹਜ਼ਾਰ ਸਿਆਣੇ ਆਦਮੀਆਂ ਦਾ ਦਿਮਾਗ ਆਪਸ ਵਿੱਚ ਜੋੜ ਦਿੱਤਾ ਜਾਵੇ, ਉਹਦੀ ਇੱਕ ਮਸ਼ੀਨ ਬਣਾ ਦਿੱਤੀ ਜਾਵੇ ਤੇ ਮਸ਼ੀਨ ਇੰਨੀ ਤੇਜ਼ੀ ਨਾਲ ਸੋਚ ਸਕੇ ਜਿੰਨੀ ਤੇਜ਼ੀ ਨਾਲ ਇਸ ਧਰਤੀ ਤੇ ਕੋਈ ਆਦਮੀ ਸੋਚ ਹੀ ਨਹੀਂ ਸਕਦਾ। ਉਹ ਕਈ ਮਹੀਨਿਆਂ ਤੱਕ ਉਨੀ ਕੈਲਕੂਲੇਸ਼ਨ ਨਹੀਂ ਕਰ ਸਕਦਾ ਜਿੰਨੀ ਉਹ ਮਸ਼ੀਨ ਮਾਈਕਰੋ ਸੈਕਿੰਡਸ ਵਿੱਚ ਕਰ ਸਕਦੀ ਹੈ। ਫਿਰ ਜਨਰਲ ਬਰਾੜ ਜਿਹੜੀਆਂ ਅਗਲੀਆਂ ਵਾਰਸ ਹੋਣਗੀਆਂ ਉਹਦੇ ਵਿੱਚ ਟਾਰਗੇਟ ਵੀ ਮਸ਼ੀਨ ਲੱਭਿਆ ਕਰੇਗੀ, ਮਸ਼ੀਨ ਹੀ ਅਟੈਕ ਕਰਿਆ ਕਰੇਗੀ, ਮਸ਼ੀਨ ਡਿਸੀਜਨ ਲੈ ਲਿਆ ਕਰੇਗੀ। ਜਿਹੜੀ ਐਕਚੁਅਲ ਫੀਲਡ ਦੇ ਵਿੱਚ ਜੰਗ ਹੋਏਗੀ ਉੱਥੇ ਵੀ ਹੋ ਸਕਦਾ ਫੌਜੀ ਵੀ ਜਾਣ ਤੇ ਨਾਲ ਕੁਝ ਰੋਬੋਟਸ ਵੀ ਜਾਣ। ਮੇਬੀ ਰੋਬੋਟਿਕ ਜੰਗਸ ਹੋਣਗੀਆਂ। ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੋ ਰਹੀਆਂ ਨੇ ਆਲਰੇਡੀ। ਇਹ ਹੋ ਨਹੀਂ ਸਕਦਾ, ਆਲਰੇਡੀ ਹੋ ਰਿਹਾ। ਇਹ ਆਲਰੇਡੀ ਹੋ ਰਿਹਾ ਤੁਹਾਡੇ ਹੁਣ ਦੇਖੋ ਜਿਹੜੇ UAV ਹੈ ਜਿਹਨੂੰ ਅਸੀਂ ਅਨਆਰਮਡ ਜੀ ਅਨਮੈਨਡ ਵਹੀਕਲ ਕਹਿੰਦੇ ਆ, ਉਹਦੇ 'ਚ ਕੋਈ ਪਾਇਲਟ ਨਹੀਂ ਹੁੰਦਾ। ਬਿਲਕੁਲ। ਉਹ 24-30 ਘੰਟੇ ਵਾਸਤੇ ਹਵਾ 'ਚ ਰਹਿ ਸਕਦਾ ਹੈ ਔਰ 1000-1200 ਕਿਲੋਮੀਟਰ ਅੰਦਰ ਜਾ ਸਕਦਾ ਹੈ। ਕੈਮਰੇ ਨਾਲ ਫੋਟੋਆਂ ਲੈ ਸਕਦਾ ਹੈ, ਇਲੈਕਟ੍ਰੋਨਿਕ ਇੰਟੈਲੀਜੈਂਸ ਇਕੱਠੀ ਕਰ ਸਕਦਾ ਹੈ, ਤੁਹਾਨੂੰ ਦੱਸ ਸਕਦਾ ਕਿੱਥੇ ਕੀ ਹੋ ਰਿਹਾ ਹੈਗਾ ਤੇ ਤੁਹਾਨੂੰ ਨਾਰਮਲ ਜਹਾਜ਼ ਤੇ ਪਾਇਲਟ ਭੇਜਣ ਦੀ ਲੋੜ ਹੀ ਨਹੀਂਗੀ। ਡਰੋਨਸ ਵੀ ਇੱਕ ਤਰੀਕੇ ਦੇ UAVs ਵੀ ਹੁੰਦੇ ਨੇ। UAVs ਨੇ ਤੇ ਉਹ ਤਾਂ ਸਮੁੰਦਰ ਦੇ ਥੱਲੇ ਵੀ ਕੰਮ ਕਰ ਸਕਦਾ, ਪਾਣੀ 'ਚ ਵੀ ਕਰ ਸਕਦਾ, ਹਵਾ ਵਿੱਚ ਵੀ ਕਰ ਸਕਦਾ। ਇਹ ਸਭ ਆਰਟੀਫੀਸ਼ੀਅਲ। ਅਸੀਂ ਇਸ ਭੁਲੇਖੇ 'ਚ ਅਸੀਂ ਬੜੀ ਮਾਰਸ਼ਲ ਰੇਸ ਆ, ਪੰਜਾਬੀ ਬੜੇ ਬਹਾਦਰ ਹੁੰਦੇ ਹਨ, ਜੁੱਸੇ ਵਾਲੇ ਲੋਕ ਹਨ, ਇਹ ਅੱਗੋਂ ਖੜ ਜਾਣਗੇ। ਉਹ ਗੱਲਾਂ ਹੁਣ ਖਤਮ ਹੋ ਗਈਆਂ। ਤੁਸੀਂ ਇਹਦੇ ਤੇ ਨਹੀਂ ਡਿਪੈਂਡ ਕਰ ਸਕਦੇ ਕਿ ਅਸੀਂ ਮਾਰਸ਼ਲ ਰੇਸ ਆ, ਸਾਡਾ ਕੋਈ ਇਤਿਹਾਸ ਹੈ। ਜ਼ਿਆਦਾ ਹੁਣ ਲੋੜ ਹੈਗੀ ਹੈ ਦਿਮਾਗ ਦੀ ਤੇ ਟੈਕਨੋਲੋਜੀ ਦੀ। ਦਿਮਾਗ ਤੇ ਟੈਕਨੋਲੋਜੀ ਜਿਹੜੀ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਆਖੀ ਹੈ, ਇਹ ਕੀ ਹੈ? ਇਹ ਸਾਰੇ ਪਾਸਿਓਂ ਇਨਫੋਰਮੇਸ਼ਨ ਇਕੱਠੀ ਕਰਕੇ ਉਹਦਾ ਨਿਚੋੜ ਕੱਢ ਕੇ ਦੱਸ ਦਿੰਦੀ ਹੈ ਬਈ ਆਹ ਚੀਜ਼ ਹੈਗੀ ਹੈ ਜਿਹਨੂੰ ਅਟੈਕ ਕਰਨਾ ਚਾਹੀਦਾ ਹੈਗਾ। ਤੇ ਉਹਨੂੰ ਅਟੈਕ ਕਰਨ ਵਾਸਤੇ ਤੁਹਾਨੂੰ ਬੰਦੇ ਨਹੀਂ ਭੇਜਣ ਦੀ ਲੋੜ, ਤੁਸੀਂ ਮਿਜ਼ਾਈਲ ਲਾ ਸਕਦੇ ਹੋ, ਸਾਈਬਰ ਵਾਰਫੇਅਰ ਕਰ ਸਕਦੇ ਹੋ, ਹੋਰ ਕਿਸੇ ਤਰੀਕੇ ਨਾਲ ਉਹਨੂੰ ਰੱਦ ਕਰ ਸਕਦੇ ਹੋ ਤੇ ਤੁਹਾਡਾ ਮਕਸਦ ਹੱਲ ਹੋ ਗਿਆ। ਤੇ ਇਹ ਫਿਰ ਹੁਣ ਕਸ਼ਮੀਰ ਲੈ ਲਓ ਤੁਸੀਂ। ਜੇ 56 ਇੰਚ ਦਾ ਸੀਨਾ ਫਿਰ ਕਦੋਂ ਕੰਮ ਆ ਗਿਆ? ਮੈਂ ਸੋਚਿਆ ਸੀਨੇ ਚੌੜੇ ਕਰਨੇ ਨੇ, ਬਹਾਦਰੀ ਕਰਨੀ ਹੈ ਤੇ ਮਰਨ ਲਈ ਤਿਆਰ ਰਹਿਣਾ। ਇੰਨੇ ਨਾਲ ਨਹੀਂ ਆ ਹੁਣ। ਉਹਦੇ ਨਾਲ ਨਹੀਂ ਹੋਣਾ, ਇਕੱਲੇ ਨਾਲ ਥੋੜਾ ਬਹੁਤ ਉਹ ਵੀ ਹੋਏਗਾ, ਥੋੜਾ ਬਹੁਤ, ਲੇਕਿਨ ਸਿਰਫ ਉਸੇ ਨਾਲ ਨਹੀਂ ਕੰਮ ਹੋਣਾ। ਹੁਣ ਕਸ਼ਮੀਰ ਲੈ ਲਓ ਤੁਸੀਂ, 30 ਸਾਲ ਦੀ ਉੱਥੇ ਜੰਗ ਲੱਗਿਆ ਹੋਇਆ। ਬਿਲਕੁਲ। ਰੋਜ਼ ਉਧਰੋਂ ਕੋਈ ਨਾ ਕੋਈ ਬੰਦੇ ਅੰਦਰ ਵੜਦੇ ਆ। ਸਾਡੇ ਜਵਾਨ ਮਰ ਰਹੇ ਹੈਗੇ ਆ ਤੇ ਅਸੀਂ ਇੰਨੀ ਉੱਥੇ ਫੌਜ ਲਾਈ ਵੀ ਹੈਗੀ ਹੈ, ਇੰਨਾ ਸਾਡਾ ਖਰਚਾ ਹੁੰਦਾ ਹੈਗਾ ਤੇ ਇੱਕ ਕਿਸਮ ਦੇ ਅਸੀਂ ਬੰਨੇ ਹੋਏ ਆ ਉੱਥੇ। ਤੇ ਹੋਰ ਜੰਗ ਤੁਹਾਨੂੰ ਕੀ ਅਚੀਵ ਕਰੂਗਾ? ਉਹਨੇ ਤੁਹਾਨੂੰ ਉੱਥੇ ਬੰਨ੍ਹ ਦਿੱਤਾ ਜਿਹੜਾ ਨਾਰਮਲੀ ਨਹੀਂ ਬੰਨ੍ਹ ਸਕਦਾ ਸੀਗਾ। ਉਹਦਾ ਹੱਲ ਵੀ ਤੁਹਾਡੇ ਕੋਲ ਕੋਈ ਨਹੀਂਗਾ। ਤੋ ਇਹ ਕਿਸਮ ਦੀ ਅਸੀਂ ਉਹਦੇ ਵਿੱਚੋਂ ਵੋਟਾਂ ਕੱਢਦੇ ਆ ਨਾ, ਅਸੀਂ ਉਹਦੇ ਵਿੱਚੋਂ ਸਰਕਾਰਾਂ ਕੱਢ ਰਹੇ ਆ। ਅਸੀਂ ਕਸ਼ਮੀਰ ਦਾ, ਅਸੀਂ ਕੇਰਲਾ ਜਾ ਕੇ ਕਸ਼ਮੀਰ ਦੀ ਗੱਲ ਕਰਕੇ ਵੀ ਵੋਟਾਂ ਮਿਲਦੀਆਂ ਨੇ, ਰਾਜਸਥਾਨ ਵੀ ਮਿਲਦੀਆਂ ਨੇ। ਉਹ ਤਾਂ ਫੇਰ ਉਸੇ ਗੱਲ ਤੇ ਆਪਾਂ ਵਾਪਸ ਆ ਜਾਂਦੇ ਆ ਵੀ ਅਸੀਂ ਇਹਨੂੰ ਬੜਾ ਨਾ ਇੱਕ ਮਤਲਬ ਨੇਤਾ ਨੇ ਇਹ ਸਮਝਾਉਣਾ ਸੀ ਕਿ ਸਮੇਂ ਦੀਆਂ ਜ਼ਰੂਰਤਾਂ ਬਦਲ ਰਹੀਆਂ ਨੇ, ਯੁੱਧ ਦੇ ਮਾਇਨੇ ਬਦਲ ਰਹੇ ਨੇ, ਹਥਿਆਰ ਬਦਲ ਰਹੇ ਨੇ। ਸਾਡੇ ਇੰਜੀਨੀਅਰਸ ਵੀ, ਸਾਡੇ ਸੌਫਟਵੇਅਰ ਇੰਜੀਨੀਅਰਸ ਵੀ, ਰੋਬੋਟਿਕਸ ਵਾਲੇ, ਵਹੀਕਲਸ ਵਾਲੇ, ਅਨਾਜ ਨੂੰ ਮੈਨੇਜ ਕਰਨ ਵਾਲੇ, FCI ਨੂੰ ਚਲਾਉਣ ਵਾਲੇ, ਡੈਮਸ ਨੂੰ ਚਲਾਉਣ ਵਾਲੇ, ਤੁਸੀਂ ਕਿਹਾ ਬਿਜਲੀ ਨੂੰ, ਇਹ ਸਾਰੇ ਅਸਲ ਵਿੱਚ ਫੌਜੀ ਨੇ। ਨੇਤਾ ਨੇ ਇਹ ਸਭ ਸਮਝਾਉਣਾ ਸੀ। ਨੇਤਾ ਸਮਝਾ ਰਿਹਾ ਕਿ ਪਾਕਿਸਤਾਨ ਸਾਡਾ ਦੁਸ਼ਮਣ ਹੈ ਤੇ ਪ੍ਰਧਾਨ ਮੰਤਰੀ ਇੰਨੇ ਸਟਰੋਂਗ ਨੇ ਵੀ ਯੂਕਰੇਨ ਦੀ ਵਾਰ ਰੋਕ ਦਿੰਦੇ ਨੇ 5-6 ਘੰਟਿਆਂ ਲਈ ਤਾਂ ਕਿ ਵਿੱਚੋਂ ਭਾਰਤੀ ਕੱਢ ਲੈ ਜਾਣ ਤੇ ਬਾਕੀ ਦੀ ਜੰਗ ਸਨੀ ਦਿਓਲ ਦੀਆਂ ਫਿਲਮਾਂ ਤੋਂ ਜਾਂ ਕਿਸੇ ਬਾਰਡਰ ਤੋਂ ਸਮਝ ਆ ਜਾਂਦੀ ਹੈ ਕਿ ਸੰਦੇਸ਼ੇ ਆਤੇ ਹੈ। ਇਹ ਸੰਦੇਸ਼ੇ ਹੁਣ ਜਿਸ ਕਿਸਮ ਨਾਲ ਆਣੇ ਨੇ ਤੇ ਜੋ ਕੁਝ ਸਮਝ ਵਿੱਚ ਆ ਰਿਹਾ ਹੈ ਇਸ ਕਿਸਮ ਦੇ ਮਿਲਟਰੀ ਲਿਟਰੇਚਰ ਫੈਸਟੀਵਲਸ ਦੇ ਵਿੱਚੋਂ, ਜਨਰਲ ਬਰਾੜ ਸਾਹਿਬ ਦੀਆਂ ਲਿਖਤਾਂ ਦੇ ਵਿੱਚੋਂ, ਇਹਨਾਂ ਦੀਆਂ ਗੱਲਾਂ ਦੇ ਵਿੱਚੋਂ, ਉਸ ਤੋਂ ਤਾਂ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੰਗ ਅਸਲ ਵਿੱਚ ਘਰ ਆ ਚੁੱਕੀ ਹੈ ਤੇ ਅਸੀਂ ਆਲਰੇਡੀ ਜੰਗ ਵਿੱਚ ਹਾਂ। ਜਦੋਂ ਕਿ ਨੇਤਾ ਹਰ ਵੇਲੇ ਜੰਗ ਦੀ ਗੱਲ ਕਰ ਰਿਹਾ ਪਰ ਉਹ ਸਾਨੂੰ ਜੰਗ ਬਾਰੇ ਠੀਕ ਨਹੀਂ ਦੱਸ ਰਿਹਾ। ਵਿਲ ਬੀ ਬੈਕ ਆਫਟਰ ਦਿਸ ਬ੍ਰੇਕ।
ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਜਿਸ ਦੇਸ਼ ਦੇ ਵਿੱਚ ਹਰ ਵੇਲੇ ਜੰਗ ਦੀ, ਪਾਕਿਸਤਾਨ ਦੀ, ਦੁਸ਼ਮਣ ਦੀ, ਚੀਨ ਦੀ ਗੱਲ ਹੋ ਰਹੀ ਹੋਵੇ, ਉੱਥੇ ਅਸਲ ਵਿੱਚ ਜੰਗ ਦੀ, ਅਮਨ ਦੀ, ਦੁਸ਼ਮਣ ਦੀ, ਪਾਕਿਸਤਾਨ ਦੀ, ਚੀਨ ਦੀ ਕਿੰਨੀ ਕੁ ਗੱਲ ਹੋ ਰਹੀ ਹੈ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਜਨਰਲ NS ਬਰਾੜ ਅਤੇ ਡਿਫੈਂਸ ਐਨਾਲਿਸਟ ਵਿਕਰਮਜੀਤ ਸਿੰਘ। ਵਿਕਰਮਜੀਤ ਸਿੰਘ ਜੀ, ਜੇ ਤੁਸੀਂ ਜਿਸ ਤਰੀਕੇ ਨਾਲ ਮੈਨੂੰ ਡਿਬੇਟ ਤੋਂ ਪਹਿਲਾਂ ਸਮਝਾ ਰਹੇ ਸੀ ਕਿ ਚਾਈਨੀਜ਼ ਆਰਮੀ ਕਿਸ ਤਰੀਕੇ ਨਾਲ ਇੱਕ ਨਵੀਂ ਜਨਰੇਸ਼ਨਲ ਵਾਰਫੇਅਰ ਲਈ ਆਪਣੇ ਆਪ ਨੂੰ ਤਿਆਰ ਕਰ ਚੁੱਕੀ ਹੋਈ ਹੈ, ਉਹਨਾਂ ਦੇ ਟਰੱਕ ਉਹਨਾਂ ਦੇ ਸੌਫਟਵੇਅਰ ਨਾਲ ਜੁੜੇ ਹੁੰਦੇ ਨੇ, ਉਹਨਾਂ ਦੇ ਸਪੇਸ ਦੇ ਵੈਪਨ ਜਿਹੜੇ ਨੇ ਉਹ ਇੱਥੋਂ ਦੀ ਵੈਪਨਰੀ ਨਾਲ ਜੁੜੇ ਹੁੰਦੇ ਨੇ, ਸਾਡੇ ਟਾਰਗੇਟਸ ਉਹਦੇ ਵਿੱਚ ਫੈਡ ਹੁੰਦੇ ਨੇ, ਉਹ ਸਾਰਾ ਕੁਝ ਇੰਨੀ ਜ਼ਿਆਦਾ ਇਨਫੋਰਮੇਸ਼ਨ ਤੇ ਇੰਨੇ ਪ੍ਰੀਸਾਈਜ਼ ਅਟੈਕਸ ਲਈ ਤਿਆਰ ਨੇ ਕਿ ਅਸੀਂ ਉਹਦੇ ਨੇੜੇ ਤੇੜੇ ਵੀ ਕਿਤੇ ਨਹੀਂ। ਪਿੱਛੇ ਜੇ ਇੱਕ ਜਿਹੜਾ ਆਪਣਾ ਪਹਿਲਾ ਆਰਟੀਕਲ ਉਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਲਿਖਿਆ ਹੈ, ਜਨਰਲ MM ਨਰਵਾਨੇ ਨੇ, ਉਹਨਾਂ ਨੇ ਕਿਹਾ ਕਿ ਅਸੀਂ ਇਹ ਸਾਡੀ ਤਿਆਰੀ ਹੈ। ਜਵਾਬ ਦੇ ਵਿੱਚ ਡਿਫੈਂਸ ਐਨਾਲਿਸਟ ਨੇ ਆਰਟੀਕਲ ਲਿਖੇ ਨੇ ਔਰ ਲੰਬੇ ਚੌੜੇ ਆਰਟੀਕਲ ਨੇ, ਪਬਲਿਕ ਫੋਰਮਸ ਤੇ ਪਏ ਨੇ। ਦਾ ਵਾਇਰ ਦੇ ਉੱਤੇ ਪ੍ਰਵੀਨ ਸਾਨੀ ਹੋਰਾਂ ਦਾ ਆਰਟੀਕਲ ਪਿਆ, ਉਹਨਾਂ ਨੇ ਕਿਹਾ ਜੇ ਇਹ ਤਿਆਰੀ ਹੈ ਤੇ ਫਿਰ 15 ਦਿਨ ਚ ਨਹੀਂ ਹਾਰਦੇ ਪੁੱਤਰੋ, ਇਹ 3 ਦਿਨ ਵਿੱਚ ਹੀ ਹਾਰ ਜਾਵਾਂਗੇ। ਕੀ ਸੱਚਮੁੱਚ ਇਹ ਹਾਲਤ ਹੈ? ਨਹੀਂ, ਆਈ ਥਿੰਕ ਪ੍ਰਵੀਨ ਸਾਨੀ ਜੀ ਇਜ਼ ਅ ਵੈਰੀ ਸੀਨੀਅਰ ਡਿਫੈਂਸ ਐਨਾਲਿਸਟ ਹੈਗੇ ਨੇ, ਵਧੀਆ ਵੀ ਹੈਗੇ, ਬਟ ਆਈ ਥਿੰਕ ਥੋੜੀ ਜਿਹੀ ਉਹਨਾਂ ਦੀ ਐਨਾਲਿਸਿਸ ਥੋੜੀ ਜਿਹੀ ਐਗਜ਼ੈਜਰੇਟਡ ਵੀ ਹੁੰਦੀ ਹੈ। ਓਕੇ, ਬਟ ਦ ਫੈਕਟ ਰਿਮੇਨਸ ਕਿ ਜਿਹੜੀ ਚਾਈਨੀਜ਼ ਦੀ ਮਲਟੀ ਵਾਰ ਡੋਮੇਨ ਵਿੱਚ ਕੈਪੇਬਿਲਿਟੀਜ਼ ਨੇ ਉਹ ਅਸੀਂ ਐਟ ਦ ਮੋਮੈਂਟ ਬਿਲਕੁਲ ਮੈਚ ਨਹੀਂ ਕਰ ਸਕਦੇ। ਫੋਰ ਐਗਜ਼ਾਮਪਲ ਇਹਨਾਂ ਦੀ ਜਿਹੜੀ PLA ਰਾਕਟ ਫੋਰਸ ਹੈਗੀ ਜੀ, ਹੁਣ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਆਲ ਬਾਰੇ ਗੱਲ ਕੀਤੀ ਹੈ, ਰੋਬੋਟਸ ਬਾਰੇ, ਬਟ ਜਿਹੜੀ ਉਹਨਾਂ ਦੀ ਰਾਕਟ ਫੋਰਸ ਹੈ ਬਿਲਕੁਲ ਦੇ ਆਰ ਯੂਜ਼ਿੰਗ ਸਮਥਿੰਗ ਲਾਈਕ ਹਾਈਪਰਸੋਨਿਕ ਮਿਜ਼ਾਈਲਸ। ਔਰ ਉਹਨਾਂ ਦੀ ਚਾਈਨੀਜ਼ ਦੀ ਸਟ੍ਰੈਟਜੀ ਹੈ ਕਿ ਅਸੀਂ ਆਪਣੇ ਬੰਦਿਆਂ ਨੂੰ ਨਹੀਂ ਲੜਾਣਾ। ਇਹ ਨਹੀਂ ਕਿ ਸਾਡੇ ਸੋਲਜਰਸ ਔਰ ਉਹਨਾਂ ਦੇ ਸੋਲਜਰ ਲੜਨਗੇ ਔਰ ਬੇਨਟ ਨਾਲ ਫਾਇਰ ਕਰਨਗੇ, ਲਾਈਕ ਨੋ, ਤੁਹਾਡੀ ਕੋਈ ਕੰਟੈਕਟ ਵਾਰਫੇਅਰ ਨਹੀਂ ਹੋਣਾ, ਰਾਈਟ। ਟੈਲ ਮੀ ਦਿਸ ਵਨ ਸੈਂਟੈਂਸ, ਇਹ ਬਾਰ-ਬਾਰ ਮੈਂ ਇਹ ਬਹੁਤ ਸਾਰੇ ਡਿਫੈਂਸ ਐਨਾਲਿਸਟ ਦੇ ਵਿੱਚ ਇੱਕ ਕਾਮਨ ਸੈਂਟੈਂਸ ਹੈ, ਦੈਟਸ ਵਾਈ ਮੈਂ ਇਹਨੂੰ ਆਪਣੇ ਨੋਟਸ ਵਿੱਚ ਹਾਈਲਾਈਟ ਕੀਤਾ। ਉਹ ਕਹਿੰਦਾ ਐਟ ਪ੍ਰੈਜ਼ੈਂਟ ਜਿਹੜੀ ਚਾਈਨਾ ਦੀ ਪੀਪਲਸ ਲਿਬਰੇਸ਼ਨ ਆਰਮੀ ਹੈ, ਇਹ ਇੰਡੀਅਨ ਮਿਲਟਰੀ ਕਮਿਊਨੀਕੇਸ਼ਨ ਨੂੰ ਜੰਗ ਦੇ ਹਰ ਲੈਵਲ ਦੇ ਉੱਤੇ ਡਿਸਟਰੋਏ ਕਰਨ ਲਈ ਕੈਪੇਬਲ ਹੈ। ਸਰ ਜੇ ਇਹ ਹੋ ਜਾਂਦਾ, ਜੇ ਕਮਿਊਨੀਕੇਸ਼ਨਸ ਡਿਸਟਰੋਏ ਕਰਨ ਲਈ, ਤਬਾਹ ਕਰਨ ਲਈ ਉਹ ਕੈਪੇਬਲ ਨੇ, ਤੇ ਜੰਗ ਅਸੀਂ ਫਿਰ ਕਿਹਦੇ ਨਾਲ ਲੜਨੀ ਹੈ? ਫਿਰ ਬੇਓਨਟਸ ਨਾਲ, ਤਲਵਾਰਾਂ ਨਾਲ। ਉਹੀ ਕਹਿ ਰਿਹਾ ਨਾ ਕਿ ਚਾਈਨੀਜ਼ ਹੈਵ ਡਿਵੈਲਪਡ ਕੈਪੇਬਿਲਿਟੀਜ਼ ਇਨ ਮਲਟੀ ਡੋਮੇਨਸ, ਨਾਟ ਜਸਟ ਦ ਟ੍ਰੈਡੀਸ਼ਨਲ ਜਿਹੜਾ ਹੁੰਦਾ ਸੀ ਲੈਂਡ ਵਾਰ ਹੋਏਗੀ, 에ਅਰ ਵਾਰ ਹੋਏਗੀ, ਨੇਵਲ ਵਾਰ ਹੋਏਗੀ। ਹੁਣ ਮਲਟੀਪਲ ਡੋਮੇਨਸ 'ਚ ਉਹਨਾਂ ਨੇ ਬਹੁਤ ਹਾਈਲੀ ਕੈਪੇਬਲ ਬਣ ਗਏ ਨੇ। ਫੋਰ ਐਗਜ਼ਾਮਪਲ ਐਂਟੀ ਸੈਟੇਲਾਈਟ ਵਾਰਫੇਅਰ, ਸੈਟੇਲਾਈਟ ਸੈਟੇਲਾਈਟ ਉਡਾ ਦੇਣ ਤੁਹਾਡੀ, ਠੀਕ ਹੈ। ਮੈਂ ਗੱਲ ਕਰ ਰਿਹਾ ਸੀ ਐਂਟੀ 에ਅਰਕ੍ਰਾਫਟ ਮਿਜ਼ਾਈਲ ਨੇ। ਹੁਣ ਸਾਡੇ ਐਂਟੀ 에ਅਰਕ੍ਰਾਫਟ ਕੈਰੀਅਰ ਬੜੇ ਵੱਡੇ ਨੇ, ਬੜੇ ਐਕਸਪੈਂਸਿਵ ਨੇ। ਉਹਨਾਂ ਦੇ DF-26 ਹੈਗੀ ਮਿਜ਼ਾਈਲ, ਉਹ ਦੂਰੋਂ ਹੀ ਛੱਡ ਕੇ ਉਹ 에ਅਰਕ੍ਰਾਫਟ ਕੈਰੀਅਰ ਔਰ ਬਹੁਤ ਮਿਨੀਏਚਰਾਈਜੇਸ਼ਨ ਵਿੱਚ ਜਾ ਰਹੇ ਨੇ, ਇਟ ਕੈਨ ਜਸਟ ਨੌਕ ਆਊਟ ਐਨ 에ਅਰਕ੍ਰਾਫਟ ਕੈਰੀਅਰ। ਸੋ ਸਾਨੂੰ ਇਹਨੂੰ ਕਾਊਂਟਰ ਕਰਨ ਲਈ ਮਲਟੀਪਲ ਡੋਮੇਨ ਵਿੱਚ ਵਾਰਫੇਅਰ ਕਰਨੀ ਪਏਗੀ ਔਰ ਕਾਊਂਟਰ ਕੈਪੇਬਿਲਿਟੀਜ਼ ਕਰਨੀ ਪੈਣੀ, ਵਿਚ ਵੀ ਡੂ ਨਾਟ ਹੈਵ ਐਟ ਦ ਮੋਮੈਂਟ। ਔਰ ਇਹਦਾ SP ਨਤੀਜਾ ਤੁਹਾਨੂੰ ਦਿਸ ਰਿਹਾ ਹੈ ਕਿ ਅਸੀਂ ਚਾਈਨਾ ਨੇ ਜਿਹੜੀ ਲਦਾਖ ਵਿੱਚ ਸਾਡੇ ਵਿੱਚ ਹਮਲੇ ਕੀਤੇ ਨੇ, ਸਾਡੀ ਜ਼ਮੀਨ ਵੀ ਆਕਿਊਪਾਈ ਕਰ ਲਈ ਆ, ਉਹਦੇ ਆਪਾਂ ਪਿੱਛੇ ਨਹੀਂ ਹਟਾ ਸਕੇ, ਕਿਉਂਕਿ ਹੁਣ ਸਾਨੂੰ ਪਤਾ ਇਹਨਾਂ ਦੀ ਕੈਪੇਬਿਲਿਟੀਜ਼। ਇਹ ਗੱਲਾਂ ਕਰਨੀਆਂ ਮਨਾ ਨਹੀਂ ਕੀਤੀਆਂ ਵੈਸੇ ਸਰਕਾਰ ਨੇ, ਗੱਲਾਂ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਕਿ ਕੋਈ ਲੈਂਡ ਨਹੀਂ, ਅਸੀਂ ਕੋਈ ਚਾਈਨੀਜ਼ ਹੋਣ ਨਹੀਂ ਹੈਗਾ ਹਿੰਦੁਸਤਾਨੀ ਲੈਂਡ ਵਿੱਚ। ਬਟ ਫੈਕਟ ਇਜ਼ ਕਿ ਚਾਈਨੀਜ਼ ਬਹੁਤ ਅੰਦਰ ਆ ਗਏ ਨੇ। ਸਾਡੀ ਜਿਹੜੀ ਜ਼ਮੀਨ ਅਸੀਂ ਕਲੇਮ ਕੀਤਾ ਉਹ ਤੇ ਉਹ ਫੋਰਟੀਫਿਕੇਸ਼ਨਸ ਵੀ ਬਣਾ ਰਹੇ ਨੇ, ਉਹ ਤੇ ਉਹ ਆਪਣੇ ਬ੍ਰਿਜਸ ਵੀ ਬਣਾ ਰਹੇ ਨੇ, ਅਸੀਂ ਉਹਨੂੰ ਹਟਾ ਨਹੀਂ ਸਕਦੇ। ਜਨਰਲ NS ਬਰਾੜ ਜੀ, ਹੁਣ ਮੈਂ ਇਹਨਾਂ ਸਾਰੇ ਨਵੇਂ ਆਯਾਮਾਂ ਬਾਰੇ ਗੱਲ ਕਰਨੀ ਚਾਹ ਰਿਹਾ। ਮੈਂ ਤੁਹਾਨੂੰ ਮਿਲਟਰੀ ਲਿਟਰੇਚਰ ਫੈਸਟੀਵਲ ਤੇ ਇੱਕ ਵਾਰੀ ਬੋਲਦਿਆਂ ਸੁਣ ਰਿਹਾ ਸੀ, ਤੁਸੀਂ ਕਿਹਾ ਡਿਫੈਂਸ ਸਪੈਂਡਿੰਗ ਕਿੱਥੇ ਹੁੰਦੀ ਹੈ, ਕਿੰਨੀ ਹੁੰਦੀ ਹੈ, ਡਿਫੈਂਸ ਫੋਰਸਿਸ ਕਿਹੜੀ ਚੀਜ਼ ਐਕਵਾਇਰ ਕਰ ਰਹੀਆਂ ਨੇ, ਇਹਦੇ ਬਾਰੇ ਲੋਕ ਸਵਾਲ ਕਿਉਂ ਨਹੀਂ ਪੁੱਛਦੇ? ਲੋਕਾਂ ਦਾ ਫਰਜ਼ ਹੈ ਸਵਾਲ ਪੁੱਛਣਾ, ਲੋਕਾਂ ਨੂੰ ਤੇ ਕੋਈ ਗੱਲ ਹੀ ਨਹੀਂ ਕਰਨ ਦਿੰਦਾ। ਮੈਂ WhatsApp ਤੇ ਜਾ ਕੇ ਪੁੱਛਾਂ ਤਾਂ ਸਹੀ ਵੀ ਮੋਦੀ ਜੀ ਉਹ ਹੈਗੇ ਨੇ ਕੋਈ ਚਾਈਨੀਜ਼ ਹਿੰਦੁਸਤਾਨ 'ਚ ਕਿ ਨਹੀਂ ਹੈਗੇ, ਤਾਂ ਮੈਨੂੰ ਇੰਨੀਆਂ ਗਾਲਾਂ ਪੈਂਦੀਆਂ ਨੇ। ਇਹ ਦੇਸ਼ ਜਦੋਂ ਜੰਗ ਬਾਰੇ, ਅਮਨ ਬਾਰੇ, ਪਾਕਿਸਤਾਨ ਚੀਨ ਬਾਰੇ ਗੱਲ ਕਰ ਰਿਹਾ ਹੈ, ਕੀ ਦੇਸ਼ ਸੱਚਮੁੱਚ ਜੰਗ, ਅਮਨ, ਚੀਨ, ਪਾਕਿਸਤਾਨ ਬਾਰੇ ਗੱਲ ਕਰ ਰਿਹਾ ਹੈ? ਅਸੀਂ ਕੋਈ ਸਮਝਦਾਰੀ ਦੀ ਗੱਲ ਕਰ ਰਹੇ ਹਾਂ, ਸਮਝ ਸਾਜ਼ੀ ਕਰ ਰਹੇ ਹਾਂ? ਇਹ ਆਪਣੀ ਮੇਜਰ ਪ੍ਰੋਬਲਮ ਹੈ। ਤੁਸੀਂ ਕਿਸੇ ਮੁਲਕ ਨੂੰ ਲੈ ਲਓ, ਜਦੋਂ ਕੋਈ ਜੰਗ ਦੇ ਬਾਰੇ ਜਾਂ ਉਹਨਾਂ ਦੀ ਡਿਫੈਂਸ ਦੇ ਬਾਰੇ ਵੱਡੀ ਡਿਸੀਜਨ ਲੈਣੀ ਹੁੰਦੀ ਹੈ, ਉਹਦੇ ਵਾਸਤੇ ਬੜੀ ਲੰਬੀ ਚੌੜੀ ਪਬਲਿਕ ਡਿਬੇਟ ਹੁੰਦੀ ਹੈ, ਓਪਨ ਪਾਰਲੀਮੈਂਟ 'ਚ ਡਿਬੇਟ ਹੁੰਦੀ ਹੈ, ਮੀਡੀਆ 'ਚ ਡਿਬੇਟ ਹੁੰਦੀ ਹੈਗੀ, ਤੇ ਫਿਰ ਉਹ ਆ ਕੇ ਕਿਸੇ ਨਤੀਜੇ ਤੇ ਆਉਂਦੇ ਹੈ ਵੀ ਸਾਨੂੰ ਕੀ ਸਾਡੀ ਪ੍ਰੋਬਲਮ ਹੈਗੀ ਹੈ, ਕੀ ਸਾਨੂੰ ਥ੍ਰੈਟ ਹੈਗੀ ਹੈ, ਤੇ ਇਹਨੂੰ ਕਾਊਂਟਰ ਕਰਨ ਵਾਸਤੇ ਸਾਨੂੰ ਕੀ ਕਰਨਾ ਪਊਗਾ। ਠੀਕ ਹੈ, ਆਪਣੇ ਕੀ ਹੈਗਾ, ਕਈ ਵਾਰੀ ਤਾਂ ਡਿਫੈਂਸ ਬਜਟ ਪਾਰਲੀਮੈਂਟ 'ਚ
ਬੋਲ ਕੇ ਖਤਮ ਹੋ ਜਾਂਦਾ ਹੈ, ਉਹਦੀ ਗੱਲ ਹੀ ਨਹੀਂ ਕਰਦੇ, ਬਸ ਬੋਲ ਕੇ ਪਾਸ ਹੋ ਜਾਂਦਾ। ਪਾਸ ਹੋ ਜਾਂਦਾ, ਉਹਦੀ ਡਿਸਕਸ਼ਨ ਹੀ ਨਹੀਂ ਗਈ ਵੀ ਇੰਨਾ ਕਿਉਂ ਖਰਚ ਰਹੇ ਹੋ ਤੁਸੀਂ, ਕਾਹਦੇ ਤੇ ਖਰਚ ਰਹੇ ਹੋ। ਔਰ ਡਿਫੈਂਸ ਫੋਰਸਿਸ ਲਗਾਤਾਰ ਕਹਿੰਦੀਆਂ ਨੇ ਕਿ ਪੈਸਾ ਨਹੀਂ ਮਿਲ ਰਿਹਾ, ਪੈਸਾ ਨਹੀਂ ਮਿਲ ਅਪਗ੍ਰੇਡੇਸ਼ਨ ਰਿਹਾ, ਨਹੀਂ ਹੈ। ਉਹ ਕਹਿ ਦਿੰਦੇ ਹੈਗੇ ਆ ਪਾਰਲੀਮੈਂਟ ਜੀ ਫਿਕਰ ਨਾ ਕਰੋ, ਪੈਸੇ ਦਾ ਕੋਈ ਘਾਟ ਨਹੀਂਗਾ, ਜਦੋਂ ਲੋੜ ਪਊਗੀ ਅਸੀਂ ਜਿੰਨਾ ਚਾਹੀਦਾ ਉਹਨਾਂ ਇਹ ਬੜੀ ਦੇਵਾਂਗੇ। ਪ੍ਰੋਬਲਮ ਹੈ ਨਾ, ਕਦੀ ਕਦੀ ਮੈਨੂੰ ਲੱਗਦਾ ਅੱਛਾ 56 ਇੰਚ ਸੀਨੇ ਵਾਲਾ ਹੈਗਾ, ਮੈਂ ਆਰਾਮ ਨਾਲ ਸੋ ਜੰਨਾ, ਫਿਰ ਅਖਬਾਰ 'ਚ ਖਬਰ ਛਪਦੀ ਹੈ ਜੀ ਇੰਨੇ ਦਿਨ ਦਾ ਐਮੂਨੀਸ਼ਨ ਹੈ ਕੰਟਰੀ ਕੋਲ ਟੋਟਲ, ਫਿਰ ਤੁਹਾਡੀਆਂ ਰਾਤਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ। ਗੱਲਬਾਤ ਉਹਦੇ ਬਾਰੇ ਕਿਤੇ ਹੋ ਨਹੀਂ ਰਹੀ। ਇਹ ਆਪਣਾ ਜਿਹੜਾ ਕਲਚਰ ਹੈਗਾ ਨਾ, ਇਹ ਕਲਚਰ ਨਹੀਂਗਾ ਵੀ ਇਹ ਗੱਲਾਂ ਨੂੰ ਅਸੀਂ ਡਿਸਕਸ ਕਰੀਏ ਤੇ ਪਬਲਿਕ ਦੇ ਵਿੱਚ ਪੇਸ਼ ਕਰੀਏ, ਤੇ ਸਾਡੀ ਮਿਲਟਰੀ ਵੀ ਨਹੀਂ ਇਹੋ ਜੀ ਗੱਲ ਕਰਦੀ ਪਬਲਿਕ ਦੇ। ਮੈਂ ਪਹਿਲਾਂ ਇਕਤਦਾਈਏ ਦੇ ਵਿੱਚ ਕਿ ਲੋਕ ਫਿਲਮਾਂ ਤੋਂ ਸਿੱਖਦੇ ਨੇ, ਵੈਸਟ ਦੇ ਵਿੱਚ ਮੈਂ ਦੇਖਦਾ ਉਹ ਇੰਨੀਆਂ ਐਂਟੀ ਵਾਰ ਮੂਵੀਜ਼ ਬਣਾਉਂਦੇ ਨੇ। ਅਮਰੀਕਨਸ ਨੇ ਓਲੀਵਰ ਸਟੋਨ ਜਾ ਕੇ ਫਿਲਮ ਬਣਾ ਦਿੰਦਾ ਕਿ ਮੇਰੇ ਮੁਲਕ ਨੇ ਵੀਅਤਨਾਮ ਵਿੱਚ ਜਾ ਕੇ ਬੇੜਾ ਗਰਕ ਕੀਤਾ। ਇਹ ਟੌਮ ਹੈਂਕਸ ਦੀ ਫਿਲਮ ਦਾ ਪੋਸਟ ਪੈਂਟਾਗਨ ਪੇਪਰਸ ਬਾਰੇ ਕਿ ਪਿਛਲੇ 20 ਸਾਲਾਂ ਤੋਂ ਅਮਰੀਕਾ ਕੀ ਗੁਲ ਖਿਲਾਉਂਦਾ ਰਿਹਾ ਵੀਅਤਨਾਮ ਦੇ ਵਿੱਚ, ਉਹਦੇ ਬਾਰੇ ਉਹ ਲੰਬੀ ਚੌੜੀ ਇੱਕ ਹਾਲੀਵੁੱਡ ਫਿਲਮ ਬਣਾ ਦਿੰਦਾ। ਉਹਨਾਂ ਦੇ ਪੁਰਾਣੀਆਂ ਫਿਲਮਾਂ ਵੀ ਬ੍ਰਿਜ ਔਨ ਦਾ ਰਿਵਰ ਕੁਆਈ, ਡੇਵਿਡ ਲੀਨ ਦੀਆਂ ਮੂਵੀਜ਼ ਨੇ, ਮਤਲਬ ਉਹ ਬਹੁਤ ਰੀਅਲਿਸਟਿਕ ਪੋਰਟਰੇਲਸ ਨੇ। ਅਸੀਂ ਜੇ ਕਦੀ ਰੀਅਲਿਸਟਿਕ ਪੋਰਟਰੇਲ ਵਾਲੀ ਮੈਨੂੰ ਮੂਵੀ ਮੇਬੀ ਚੇਤਨ ਆਨੰਦ ਵਾਲੀ ਹਕੀਕਤ ਮੈਨੂੰ ਜੇ ਯਾਦ ਆ ਜਾਵੇ ਕਿਤੇ ਮਿਡ 60s ਦੇ ਵਿੱਚ ਕਿ ਹਾਂ ਕੀ ਸਾਡੇ ਨਾਲ ਹੋਇਆ ਚਾਈਨਾ ਦੇ ਨਾਲ, ਲਦਾਖ ਦੇ ਵਿੱਚ ਉਸ ਛੋਟੀ ਜਿਹੀ ਪਲਾਟੂਨ ਦੇ ਨਾਲ, ਤਾਂ ਕਦੀ ਯਾਦ ਆਉਂਦੀ। ਅਦਰਵਾਈਜ਼ ਸਾਡੀਆਂ ਤੇ ਫਿਲਮਾਂ ਵੀ ਉਸ ਕਿਸਮ ਦੀਆਂ ਨੇ ਕਿ ਭਾਈ ਬਹਾਦਰ ਜਵਾਨ ਜਾਂਦੇ ਨੇ, ਆਪਣੀ ਸ਼ਹਾਦਤ ਦੇ ਦਿੰਦੇ ਨੇ, ਜਵਾਨ ਦੀ ਬੋਡੀ ਘਰ ਤਿਰੰਗੇ 'ਚ ਲਿਪਟੀ ਆਉਂਦੀ ਹੈ ਤੇ ਉਹਦਾ ਬੇਟਾ ਕਹਿੰਦਾ ਮੈਂ ਹੁਣ ਫੌਜ 'ਚ ਜਾਣ ਨੂੰ ਤਿਆਰ ਹਾਂ। ਇਹ ਜੇ ਮੈਂ ਅੱਜ ਐਂਟੀ ਵਾਰ ਕੋਈ ਫਿਲਮ ਬਣਾਦਾ, ਆਪਣੇ ਕੰਟਰੀ ਨੂੰ ਕ੍ਰਿਟਿਸਾਈਜ਼ ਕਰਦੀ, ਆਪਣੀ ਫੌਜ ਨੂੰ ਕ੍ਰਿਟਿਸਾਈਜ਼ ਕਰਦੀ ਕੋਈ ਫਿਲਮ ਬਣਾਦਾ, ਮੈਂ ਹੁਣੇ ਐਂਟੀ ਨੈਸ਼ਨਲ ਹੋ ਜਾਵਾਂਗਾ, ਫਿਰ ਇਹ ਗੱਲ ਕਿਸ ਤਰ੍ਹਾਂ ਹੋਵੇਗੀ? ਤੁਸੀਂ ਵਾਰ ਦੀਆਂ ਫਿਲਮਾਂ ਤਾਂ ਛੱਡ ਦਿਓ, ਜਿਹੜੀਆਂ ਨਾਰਮਲ ਫਿਲਮਾਂ ਵੀ ਹੈਗੀਆਂ ਉਹ ਵੀ ਕਿਤੇ ਦੀ ਕਿਤੇ ਕਹਾਣੀ ਬਣੀ ਹੁੰਦੀ ਹੈ, ਅਸਲੀਅਤ ਦੇ ਨੇੜੇ ਤਾਂ ਹੁੰਦੀ ਨਹੀਂ ਉਹ। ਬਿਲਕੁਲ ਬਿਲਕੁਲ। ਇਹ ਜਿਹੜਾ ਆਪਣਾ ਪੂਰਾ ਫਿਲਮ ਇੰਡਸਟਰੀ ਹੈ, ਇਹ ਕਿਸਮ ਦੀ ਮੇਕ ਬਿਲੀਫ ਹੈ। 3 ਘੰਟਿਆਂ ਵਾਸਤੇ ਬੰਦਾ ਥੀਏਟਰ 'ਚ ਬੈਠ ਕੇ ਕਿਸੇ ਹੋਰ ਦੁਨੀਆ 'ਚ ਘੁੰਮ ਕੇ ਆ ਜਾਂਦਾ। ਉਹ ਪਪੂਲਰ ਕਲਚਰ ਵੀ ਐਜੂਕੇਟ ਨਹੀਂ ਕਰ ਰਿਹਾ ਨਾ। ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਅਸੀਂ ਦਰਅਸਲ ਆਪਣੀ ਫੌਜ ਦੀਆਂ ਤੇ ਫੌਜੀਆਂ ਦੀਆਂ ਕਹਾਣੀਆਂ ਨੂੰ ਉਸ ਤਰੀਕੇ ਨਾਲ ਸੰਭਾਲਿਆ ਹੀ ਨਹੀਂ, ਤੇ ਉਹਨਾਂ ਕੋਲ ਸੁਣਾਉਣ ਲਈ ਕਿੰਨੀਆਂ ਕਹਾਣੀਆਂ ਨੇ ਸਾਡੇ, ਅਸੀਂ ਉਹਨਾਂ ਕਹਾਣੀਆਂ ਨੂੰ ਸੰਭਾਲਦੇ ਨਹੀਂ, ਤੇ ਉਹ ਲੇਖਕ ਨਹੀਂ ਹਨ, ਉਹ ਲਿਖਦੇ ਨਹੀਂ ਹਨ, ਅਸੀਂ ਓਰਲ ਹਿਸਟਰੀਜ਼ ਨਹੀਂ ਰਿਕਾਰਡ ਕਰਦੇ। ਮੈਂ ਇਹ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਉੱਤੇ ਇੱਕ ਫੌਜੀ ਡੇਜ਼ ਨਾਮ ਦੇ ਨਾਲ ਜਿਹੜਾ ਵੈਂਚਰ ਲਾਂਚ ਕੀਤਾ ਹੈ ਪੰਕਜ ਪੁਨੀਤ ਸਿੰਘ ਜੀ ਨੇ, ਮੈਂ ਉਹਦੇ ਬਾਰੇ ਗੱਲ ਕਰਨੀ ਚਾਹ ਰਿਹਾ, ਸਾਡੇ ਨਾਲ ਜੁੜ ਗਏ ਨੇ। ਪੰਕਜ ਜੀ, ਮੈਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਵੈਸੇ ਮੈਨੂੰ ਪੁੱਛਣਾ ਤਾਂ ਇਹ ਚਾਹੀਦਾ ਵੀ ਫੌਜੀ ਡੇਜ਼ ਤੁਸੀਂ ਕਿਉਂ ਲਾਂਚ ਕਰ ਲਿਆ? ਤੁਹਾਨੂੰ ਕਿਸੇ ਨੇ ਚਿੱਠੀ ਨਹੀਂ ਪਾਈ ਵੀ ਹੁਣ ਅਗਨੀਵੀਰ ਡੇਜ਼ ਦਾ ਜ਼ਮਾਨਾ ਆ ਗਿਆ? ਵੈਸੇ ਬਹੁਤੀ ਗੱਲ ਨਹੀਂ ਇਹਦੇ ਬਾਰੇ ਕਰ ਸਕਦੇ, ਇਹਦੇ 'ਤੇ ਵੀ ਬਹੁਤ ਗਾਲਾਂ ਪੈ ਜਾਂਦੀਆਂ ਨੇ। ਸੋ ਇਹ ਫੌਜੀ ਡੇਜ਼ ਦੇ ਵਿੱਚ ਇਹਨਾਂ ਕਹਾਣੀਆਂ ਨੂੰ ਇਕੱਠੀਆਂ ਕਰਨਾ, ਸੰਜੋਣਾ, ਲਗਾਤਾਰ ਰਿਕਾਰਡ ਰੱਖਣੇ, ਲੋਕਾਂ ਲਈ ਉਹ ਪੇਸ਼ ਕਰਨੀਆਂ, ਇਹ ਜ਼ਰੂਰੀ ਨੇ। ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਚਾਹ ਰਿਹਾ ਇਹ ਕਿ ਕੀ ਤੁਹਾਡੇ ਵਰਗੇ ਪਬਲਿਸ਼ਿੰਗ ਹਾਊਸ ਕੋਲ ਜਿਹੜਾ ਜੰਗ ਬਾਰੇ ਮਿਲਟਰੀ ਲਿਟਰੇਚਰ ਪਬਲਿਸ਼ ਕਰਦਾ ਹੈ, ਇਹਦੀਆਂ ਓਰਲ ਹਿਸਟਰੀਜ਼ ਰਿਕਾਰਡ ਕਰਦੇ ਹੋ ਹੁਣ ਤੁਸੀਂ ਫੌਜੀ ਡੇਜ਼ ਦੇ ਵੈਂਚਰ ਥੱਲੇ, ਕੀ ਲੋਕ ਆ ਕੇ ਇਹ ਕਹਿੰਦੇ ਨੇ ਕਿ ਸਾਨੂੰ ਕੋਈ ਕਿਤਾਬ ਦਿਓ, ਕੋਈ ਮਟੀਰੀਅਲ ਦਿਓ, ਅਸੀਂ ਸਮਝਣਾ ਚਾਹੁੰਦੇ ਹਾਂ ਕਿ ਸੱਚਮੁੱਚ ਖਤਰਾ ਹੈ, ਕਿ ਸੱਚਮੁੱਚ ਕੱਲ ਨੂੰ ਯੁੱਧ ਹੋ ਸਕਦਾ ਹੈ, ਕਿ ਚਾਈਨਾ ਦੇ ਨਾਲ ਸਾਡਾ ਤਾਕਤ ਦਾ ਤਵਾਜ਼ਨ ਕੀ ਹੈ, ਮੈਂ ਸਮਝਣਾ ਚਾਹੁੰਦਾ। ਅੱਜ ਦੇ ਨਵੇਂ ਜ਼ਮਾਨੇ ਦੇ ਫੌਜੀ ਨੂੰ ਬਿਹਤਰ ਸਮਝਣ ਲਈ ਲੋਕ ਆ ਕੇ ਪੁੱਛਦੇ ਨੇ ਕਿ ਇਹਦੇ ਬਾਰੇ ਲਿਟਰੇਚਰ ਚਾਹੀਦਾ ਹੈ, ਉਹ ਕਿੱਥੋਂ ਸਮਝ ਰਹੇ ਨੇ? ਫਿਲਮਾਂ ਦੱਸ ਨਹੀਂ ਰਹੀਆਂ, ਰਾਜਨੇਤਾ ਦੱਸ ਨਹੀਂ ਰਿਹਾ। ਲੋਕੀ ਆਉਂਦੇ ਜ਼ਰੂਰ ਨੇ, ਪੁੱਛਦੇ ਨੇ, ਲੇਕਿਨ ਇਹ ਡਿਮਾਂਡ ਟਾਵਾ ਹੈ। ਇਹ ਬਹੁਤ ਜ਼ਿਆਦਾ ਇਸ ਵੇਲੇ ਸਾਡੇ ਕੋਲ ਮਿਲਟਰੀ ਲਿਟਰੇਚਰ ਦੀ ਇਸ ਤਰ੍ਹਾਂ ਡਿਮਾਂਡ ਲੇ ਪਬਲਿਕ ਜਾਂ ਆਮ ਬੰਦੇ ਤੋਂ ਨਹੀਂ ਆਉਂਦੀ। ਪਰ ਜਿਹੜੇ ਇੱਕ ਸਾਡੇ ਦੂਜਾ ਪਹਿਲੂ ਹੈਗਾ ਕਿ ਸਾਨੂੰ ਅੱਛੇ ਲਿਟਰੇਚਰ, ਮਿਲਟਰੀ ਲਿਟਰੇਚਰ ਦੀ ਘਾਟ ਵੀ ਮਹਿਸੂਸ ਹੁੰਦੀ ਹੈ। ਸਾਡੇ ਕੋਲ ਬਹੁਤ ਜ਼ਿਆਦਾ ਜਿਹੜੇ ਸਾਡੇ ਹੀਰੋ ਨੇ ਜਿਨ੍ਹਾਂ ਨੇ ਬਹੁਤ ਬਹਾਦਰੀ ਦਾ ਕੰਮ ਕੀਤਾ, ਉਹਨਾਂ ਦੀ ਸਟੋਰੀਜ਼ ਆਰਾਮ ਨਾਲ ਲਿਖੀਆਂ ਗਈਆਂ ਨੇ, ਮਿਲ ਜਾਂਦੀਆਂ ਨੇ, ਲੇਕਿਨ ਜਿਹੋ ਜਿਹੇ ਸਬਜੈਕਟ ਤੁਸੀਂ ਛੇੜੇ ਨੇ, ਜਿਹੋ ਜਿਹੀ ਵਿਸ਼ੇ ਦੇ ਉੱਤੇ ਤੁਸੀਂ ਗੱਲ ਕੀਤੀ ਹੈ, ਇਸ ਵਿਸ਼ੇ ਉੱਤੇ ਇੱਕ ਆਮ ਬੰਦੇ ਵਾਸਤੇ ਸਮਝਣ ਵਾਸਤੇ ਜੇ ਮੈਂ ਕਹਾਂ ਕਿ ਬਹੁਤ ਲਿਟਰੇਚਰ ਅਵੇਲੇਬਲ ਹੈ, ਤੇ ਐਸਾ ਨਹੀਂ ਹੈ। ਮੈਂ ਬਹੁਤ ਅੱਛੇ ਲਿਟਰੇਚਰ ਦੀ ਘਾਟ ਹੈ। ਕਥਾ ਕਲਾਮੀ ਲਈ ਮਾਫੀ ਪੰਕਜ, ਮੈਂ ਇਹ ਕਿਤਾਬ ਦੇਖ ਰਿਹਾ ਸੀ ਤੁਹਾਡੀ, ਸ਼ੇਰ ਬੱਚਾ ਬ੍ਰਿਗੇਡੀਅਰ ਪ੍ਰੀਤਮ ਸਿੰਘ, ਅਨਸੰਗ ਹੀਰੋ। ਹੁਣ ਇਹ ਬ੍ਰਿਗੇਡੀਅਰ ਜਸਬੀਰ ਸਿੰਘ ਜੀ ਦੇ ਨਾਲ ਤੁਸੀਂ ਇਹ ਕਿਤਾਬ ਕੋ ਆਥਰ ਵੀ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਵੇਲੇ ਸਾਰਾ ਦੇਸ਼ ਹਰ ਵੇਲੇ ਕਸ਼ਮੀਰ ਬਾਰੇ ਗੱਲ ਕਰ ਰਿਹਾ ਹੋਵੇ ਤੇ ਇੱਕ ਆਦਮੀ ਇੱਕ ਚਟਾਨ ਵਾਂਗ ਪਾਕਿਸਤਾਨ ਦੇ ਲਸ਼ਕਰ ਤੇ ਹਿੰਦੁਸਤਾਨ ਦੇ 40,000 ਰਿਫਿਊਜੀਆਂ ਦੇ ਵਿਚਕਾਰ ਖੜ ਗਿਆ ਹੋਵੇ, ਫਿਰ ਉਸਨੇ ਉੱਥੇ ਹਵਾਈ ਪੱਟੀ ਬਣਾਈ ਹੋਵੇ, ਉੱਥੇ ਬਾਬਾ ਮੇਹਰ ਸਿੰਘ ਵਰਗੇ ਡੇਅਰ ਡੇਵਿਲ ਪਾਇਲਟ ਉੱਥੇ ਲੈਂਡ ਕਰਨ, ਤੇ ਇੰਨੇ ਮਹੀਨਿਆਂ ਤੱਕ 40,000 ਬੰਦਾ ਆਪਣੇ ਭੋਜਨ ਲਈ, ਆਪਣੇ ਜੀਵਨ ਯਾਪਨ ਲਈ, ਸ਼ੈਲਟਰ ਲਈ, ਸਿਰ ਤੇ ਛੱਤ ਲਈ ਇੱਕ ਬੰਦੇ ਦੇ ਉੱਤੇ ਡਿਪੈਂਡੈਂਟ ਹੋਵੇ, ਤੇ ਉਸ ਆਦਮੀ ਦੀ ਕਹਾਣੀ ਮਤਲਬ ਇਹ ਤੁਸੀਂ ਇਦਾਂ ਪੇਸ਼ ਕੀਤੀ ਹੈ ਕਿ ਇਹ ਡਿਸਕਵਰ ਕਰਨੀ ਪਈ, ਇਹ ਦੁਬਾਰਾ ਤੋਂ ਲਿਖਣੀ ਪਈ, ਇਹ ਦੱਸਣੀ ਪਈ। ਜਦੋਂ ਮੈਂ ਵੈਨ ਆਈ ਕੇਮ ਅਕ੍ਰੋਸ ਦਿਸ ਵਾਸ ਅਨਬਿਲੀਵੇਬਲ।
ਕਿ ਇਹ ਕਿਸਦਾ ਹੋ ਸਕਦਾ ਕਿ ਸਾਨੂੰ ਪਤਾ ਹੀ ਨਾ ਹੋਵੇ, ਕਿਸੇ ਨੇ ਪਹਿਲਾਂ ਲਿਖੀ ਨਾ ਹੋਵੇ। ਵਾਈ ਡਸ ਦਿਸ ਹੈਪਨ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਵੀ ਤੁਹਾਡੀ ਨਜ਼ਰ ਦੇ ਵਿੱਚ ਆ ਰਹੇ ਨੇ ਕਿਸੇ, ਸਿੰਸ ਯੂ ਆਰ ਅ ਮਿਲਟਰੀ ਪਬਲਿਸ਼ਰ? ਇਹ ਸਹੀ ਗੱਲ ਹੈ ਤੁਹਾਡੀ। ਜਿਸ ਵੇਲੇ ਮੈਂ ਵੀ ਇਹ ਕਹਾਣੀ ਪਹਿਲੀ ਵਾਰ ਪੜ੍ਹੀ ਸੀ, ਮੇਰਾ ਰਿਐਕਸ਼ਨ ਵੀ ਬਿਲਕੁਲ ਇਹੀ ਸੀ ਕਿ ਵੀ ਇਹ ਕਿਵੇਂ ਹੋ ਸਕਦਾ ਕਿ ਕਿਸੇ ਨੂੰ ਇਸ ਬੰਦੇ ਬਾਰੇ ਪਤਾ ਹੀ ਨਾ ਹੋਵੇ, ਜਿੰਨੇ ਪੂੰਛ ਨੂੰ ਸਾਡੇ ਵਾਸਤੇ ਬਚਾਇਆ ਹੈ। ਜੇ ਪੂੰਛ ਅੱਜ ਇੰਡੀਆ ਦਾ ਹਿੱਸਾ ਹੈ ਤੇ ਇਹ ਦੋ ਬੰਦੇ ਬ੍ਰਿਗੇਡੀਅਰ ਪ੍ਰੀਤਮ ਤੇ ਬਾਬਾ ਮੇਹਰ ਸਿੰਘ ਦੀ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਹੈ 40,000 ਰਿਫਿਊਜੀ ਨੂੰ ਸੇਫ ਰੱਖਣਾ। ਉਸ ਤੋਂ ਪਹਿਲਾਂ ਜੋ ਉਹਨਾਂ ਨੇ ਬਹਾਦਰੀ ਦਾ ਕੰਮ ਕੀਤਾ, ਸਿੰਗਾਪੁਰ ਦੇ ਪ੍ਰਿਜ਼ਨਰ ਆਫ ਵਾਰ ਕੈਂਪ ਤੋਂ, ਜੈਪਨੀਜ਼ ਤੋਂ ਐਸਕੇਪ ਕਰਕੇ 6 ਮਹੀਨਿਆਂ 'ਚ ਇੰਡੀਆ ਆਏ, ਮਿਲਟਰੀ ਕ੍ਰਾਸ ਮਿਲਿਆ ਉਹਨਾਂ ਨੂੰ। ਤੇ ਇੰਨੀ ਅੱਛੀ ਸਾਡੇ ਕੋਲ ਬਹਾਦਰੀ ਦੀ ਮਿਸਾਲਾਂ ਨੇ ਜਿਨ੍ਹਾਂ ਨੂੰ ਅਸੀਂ ਬਿਲਕੁਲ ਗਵਾਇਆ ਹੋਇਆ, ਜਿਨ੍ਹਾਂ ਬਾਰੇ ਕੋਈ ਗੱਲ ਨਹੀਂ ਕਰਦੀ, ਫੌਜ ਵੀ ਗੱਲ ਨਹੀਂ ਕਰਦੀ, ਆਮ ਬੰਦਾ ਵੀ ਗੱਲ ਨਹੀਂ ਕਰਦਾ। ਸੋ ਇਦਾਂ ਦੀਆਂ ਕਹਾਣੀਆਂ ਹੈਗੀਆਂ ਨੇ। ਇਸੇ ਕਰਕੇ ਫੌਜੀ ਡੇਜ਼ ਦਾ ਸਾਡੇ ਮਨ 'ਚ ਖਿਆਲ ਆਇਆ ਕਿ ਵੀ ਇਹੋ ਜਿਹਾ, ਤੇ ਸਿਰਫ ਕਿਤਾਬਾਂ ਹੀ ਨਹੀਂ, ਕਿਉਂਕਿ ਕਿਤਾਬਾਂ ਨੂੰ ਲਿਖਣ 'ਚ ਸਮਾਂ ਲੱਗਦਾ ਹੈ, ਹਰ ਬੰਦਾ ਲਿਖ ਨਹੀਂ ਪਾਉਂਦਾ, ਤੇ ਓਰਲ ਹਿਸਟਰੀ ਇੱਕ ਬਹੁਤ ਪਾਵਰਫੁਲ ਤਰੀਕਾ ਹੈ ਕਿ ਵੀ ਇਹਨਾਂ ਨੂੰ ਅੱਜ ਹੀ ਕੈਮਰਾ ਦੇ ਉੱਤੇ ਕੈਪਚਰ ਕੀਤਾ ਜਾਏ, ਜਿਵੇਂ ਪਾਰਟੀਸ਼ਨ ਦੀਆਂ ਸਟੋਰੀਜ਼ ਕੈਪਚਰ ਕੀਤੀਆਂ ਗਈਆਂ ਨੇ ਇਸ ਵੇਲੇ ਓਰਲ ਹਿਸਟਰੀ ਦੇ ਥਰੂ। ਤੇ ਇਹ ਖਿਆਲ ਆਇਆ, ਇੱਕ ਉਦਮ ਆਇਆ ਕਿ ਵੀ ਅਸੀਂ ਫੌਜ ਦੀਆਂ, ਆਰਮੀ, ਨੇਵੀ, 에ਅਰ ਫੋਰਸ ਦੀਆਂ ਸਟੋਰੀਜ਼ ਨੂੰ ਕੈਮਰਾ ਦੇ ਉੱਤੇ ਇੱਕ ਆਰਕਾਈਵ ਬਣਾ ਲਈਏ, ਇੱਕ ਪੂਰਾ ਇੱਕ ਸੀਰੀਜ਼ ਬਣਾ ਲਈਏ ਜਿਹੜੀ ਕਿ ਸਾਡੇ ਕੋਲ ਰਹਿਣ, ਤੇ ਸਾਡੇ ਜਿਹੜੀ ਅਗਲੀ ਜਨਰੇਸ਼ਨ ਹੈ ਜਿਨ੍ਹਾਂ ਨੇ ਇਹ ਚੀਜ਼ਾਂ ਸਮਝਣੀਆਂ ਨੇ ਜਾਂ ਇੰਟਰਸਟ ਲੈਣਾ ਹੈ। ਵਿਕਰਮਜੀਤ, ਵਾਈ ਇਜ਼ ਦਿਸ ਮੈਨ ਨਾਟ ਅ ਹੀਰੋ? ਜੇ ਤੁਸੀਂ ਦਰਸ਼ਕਾਂ ਨੂੰ ਇਹ ਦੱਸੋ ਜ਼ਰਾ। ਦੇਖੋ, ਇਹਨਾਂ ਦੀ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਬੜੀ ਇੱਕ ਟ੍ਰੈਜਿਕ ਔਰ ਬੜੀ ਦੁਖਦਾਈ ਕਹਾਣੀ ਹੈ ਕਿ ਇਹਨਾਂ ਨੂੰ ਸਰਵਿਸ ਤੋਂ ਕੋਰਟ ਮਾਰਸ਼ਲ ਕਰਤਾ ਸੀ। ਕੋਰਟ ਮਾਰਸ਼ਲ ਕੀਤਾ, ਛੋਟੀ ਜਿਹਾ ਕੋਈ ਚੀਜ਼ ਨੁਕਸ ਜਾ ਕੱਢ ਕੇ, ਤੇ ਇੰਨੀ ਇਹਨਾਂ ਨੇ ਵੱਡਾ ਰੋਲ ਪਲੇ ਕੀਤਾ ਇਨ ਡਿਫੈਂਸ ਆਫ ਪੂੰਛ ਐਂਡ ਦ ਸੀਜ ਆਫ ਪੂੰਛ, ਇਹਨਾਂ ਨੂੰ ਕੋਰਟ ਮਾਰਸ਼ਲ ਕਰਤਾ ਸੀ ਫੌਜ। ਸੋ ਉਹ ਹੀਰੋ ਬਣ ਹੀ ਨਹੀਂ ਸਕੇ। ਇਹ ਤਾਂ ਸੁਬੇਗ ਸਿੰਘ ਵਰਗੀ ਕਹਾਣੀ ਹੋ ਜਾਂਦੀ ਹੈ। ਉਹ ਸੁਬੇਗ ਸਿੰਘ ਦੀ ਡਿਫਰੈਂਟ ਸੀ ਥੋੜੀ ਉਹਨਾਂ ਦੀ, ਬਟ ਇਹਨਾਂ ਦੀ ਤੇ ਬਹੁਤ ਵੱਡੀ ਕੰਟਰੀਬਿਊਸ਼ਨ ਸੀ। ਪਰ ਉਹਨਾਂ ਨੂੰ ਐਸੇ ਛੋਟੀ ਜਿਹੀ ਗੱਲ ਤੇ ਡਿਸਕਰੇਜ ਕਰਕੇ ਭੇਜਤਾ ਘਰ ਕਿ ਉਹ ਜਿਹੜਾ ਕੋਈ ਹੋਰ ਬੰਦਾ ਹੁੰਦਾ, ਜਿਸ ਤਰ੍ਹਾਂ ਵਿਕਰਮ ਬਤਰਾ ਹੁੰਦਾ, ਉਸ ਤਰ੍ਹਾਂ ਜਿਸ ਤਰ੍ਹਾਂ ਹੀਰੋ ਬਣ ਸਕਦੇ ਸੀ, ਪਰ ਉਹ ਬਣ ਨਹੀਂ ਸਕੇ ਬਿਕੋਜ਼ ਆਫ ਇਹ ਛੋਟੇ ਖਿਆਲਾਤ ਦੀ ਜਿਹੜੀ ਇਹਨਾਂ ਨੇ ਪਾਲਿਸੀ ਐਕਸ਼ਨ ਲਿੱਤਾ। ਜਨਰਲ ਸਾਹਿਬ, ਇਹ ਮੈਂ ਇੱਕ ਹੋਰ ਕਿਤਾਬ ਦੇਖ ਰਿਹਾ ਸੀ, ਬ੍ਰਿਗੇਡੀਅਰ ਆਰਬੀ ਸਿੰਘ ਹਰਾਂ ਦੀ। ਜਿਸ ਵੇਲੇ ਤੁਸੀਂ 71 ਦੀ ਜੰਗ ਬਾਰੇ ਸੋਚਦੇ ਹੋ, ਤੁਸੀਂ ਬਹਾਦਰੀ ਦੀ ਸੋਚਦੇ ਹੋ, ਤੁਸੀਂ ਜਨਰਲ ਜਗਜੀਤ ਸਿੰਘ ਅਰੋੜਾ ਨਿਆਜ਼ੀ ਤੋਂ ਆਪਣੀ ਉਹਨਾਂ ਦੀ ਪਿਸਤੌਲ ਸੁਟਵਾ ਰਹੇ ਨੇ, ਸਰੈਂਡਰ ਲੈ ਰਹੇ ਨੇ, ਇਹ ਇਮੇਜ ਜਿਹੜੀ ਦਿਮਾਗ ਦੇ ਵਿੱਚ ਆਉਂਦੀ ਹੈ। ਬ੍ਰਿਗੇਡੀਅਰ ਆਰਬੀ ਸਿੰਘ ਨੇ ਲਿਖਿਆ ਹੈ ਕਿ ਜਿਹੜੀ 71 ਦੀ ਜੰਗ ਹੈ, ਇਹ ਭਾਈ ਫੌਜੀਆਂ ਨੇ ਤੇ ਜਿੱਤੀ ਹੋਏਗੀ, ਇਹ ਇੰਜੀਨੀਅਰਸ ਨੇ ਜਿੱਤੀ ਹੈ। ਇਹ ਰਿਵਰਾਈਨ ਏਰੀਆ ਸੀ ਸਾਰਾ, ਦਰਿਆਵਾਂ ਨਾਲ, ਦਲਦਲਾਂ ਨਾਲ ਭਰਿਆ ਹੋਇਆ। ਜੇ ਇੰਜੀਨੀਅਰਸ ਨਾ ਹੁੰਦੇ ਤੇ ਇਹ ਜੰਗ ਜਿੱਤੀ ਨਹੀਂ ਸੀ ਜਾ ਸਕਦੀ। ਹੁਣ ਇਹ ਜਿਹੜਾ ਸਮਾਜ ਨੂੰ ਕਮਿਊਨੀਕੇਟ ਕਰਨਾ ਹੁੰਦਾ ਕਿ ਮੇਰਾ ਇੰਜੀਨੀਅਰ ਬੱਚਾ ਆਪਣੇ ਆਪ ਨੂੰ ਫੌਜੀ ਦੇ ਰੂਪ ਵਿੱਚ ਦੇਖੇ, ਮੇਰਾ ਸੌਫਟਵੇਅਰ ਵਾਲਾ ਬੱਚਾ ਆਪਣੇ ਆਪ ਨੂੰ ਫੌਜੀ ਦੇ ਰੂਪ ਵਿੱਚ ਦੇਖੇ। ਜਿਹੜੀ ਮੈਂ ਦੇਖ ਰਿਹਾ ਹੁਣ ਨਵੀਆਂ ਇੰਟੈਗ੍ਰੇਟਿਡ ਡਿਫੈਂਸ ਸਾਰੀ ਪਾਲਿਸੀਜ਼ ਆ ਰਹੀਆਂ ਨੇ, ਉਹਦੇ 'ਚ ਉਹਨਾਂ ਨੇ ਕਿਹਾ ਫੂਡ ਸਿਕਿਉਰਿਟੀ ਮੇਜਰ ਪਾਰਟ ਹੈ ਤੁਹਾਡੀ ਡਿਫੈਂਸ ਪਾਲਿਸੀ ਦਾ, ਜਿਹਦਾ ਮਤਲਬ ਹੈ ਵੀ ਪਿੰਡ ਦੇ ਵਿੱਚ, ਖੇਤਾਂ ਦੇ ਵਿੱਚ, ਮਿੱਟੀ ਵਿੱਚ ਖੜਾ ਮੇਰਾ ਕਿਸਾਨ ਫੌਜੀ ਹੈ। ਇਹ ਜਿਹੜਾ ਆਈਡੀਆ ਫੌਜੀ ਦਾ, ਉਹ ਅਸੀਂ ਇੰਨਾ ਲਿਮਿਟ ਕਿਉਂ ਕਰ ਰੱਖਿਆ ਕਿ ਫੌਜੀ ਮੀਨਸ ਪਹਿਲੀ ਗੱਲ ਤੇ ਉਹਨੇ ਹਰੇ ਰੰਗ ਦੀ ਵਰਦੀ ਪਾਈ ਹੋਏਗੀ, olive ਗ੍ਰੀਨ ਹੋਏਗੀ। ਅਸੀਂ ਮਿਲਟਰੀ ਨੂੰ ਵੀ ਨਹੀਂ ਸਮਾ ਪਾਏ, ਉਹਦੇ 'ਚ ਇਕੱਲੀ ਆਰਮੀ ਤੱਕ ਹੀ ਰੱਖਦੇ ਹਾਂ। ਪੋਲੀਟੀਸ਼ੀਅਨ ਇਹਦੇ ਬਾਰੇ ਜੇ ਐਜੂਕੇਟ ਨਹੀਂ ਕਰ ਰਿਹਾ, ਪੰਕਜ ਜੀ ਵਰਗੇ ਜਿਹੜੇ ਲੋਕ ਨੇ ਉਹ ਇਹ ਕਹਿ ਰਹੇ ਨੇ ਕਿ ਭਾਈ ਇਹਦੀ ਕੋਈ ਰੀਡਰ ਆ ਨਹੀਂ ਰਿਹਾ, ਡਿਮਾਂਡ ਨਹੀਂ ਹੈ। ਹੂ ਵਿਲ ਟਾਕ ਟੂ ਪੀਪਲ ਜੰਗ ਬਾਰੇ, ਪਾਕਿਸਤਾਨ, ਚਾਈਨਾ, ਸਾਡੇ ਘਰਾਂ ਤੇ ਡਿੱਗਣ ਵਾਲੇ ਬੰਬ ਬਾਰੇ, ਤੇ ਸਾਨੂੰ ਇਹ ਦੱਸਣ ਬਾਰੇ ਕਿ ਭਾਈ ਤੁਸੀਂ ਸਾਰੇ ਹੁਣ ਬਾਰਡਰ ਦੇ ਨਿਵਾਸੀ ਹੋ, ਹਰ ਘਰ ਦੇ ਵਿੱਚ ਬਾਰਡਰ ਹੈ। ਇਹਦੇ ਬਾਰੇ ਫਿਰ ਸਾਨੂੰ ਦੱਸੇਗਾ ਕੌਣ? ਮੇਰੇ ਘਰ ਤੇ ਤਾਂ ਬੰਬ ਡਿੱਗਣ ਦੀ ਗੱਲਾਂ ਕਰ ਰਹੇ ਤੁਸੀਂ। ਇਹ ਤਾਂ ਆਪਣੀ ਨੈਸ਼ਨਲ ਘਾਟ ਹੈਗੀ ਆ। ਇਹ ਛੇਤੀ ਤਾਂ ਮੈਨੂੰ ਇਹ ਦਰੁਸਤ ਹੁੰਦੀ ਲੱਗਦੀ ਨਹੀਂ। ਸਵੇਰ ਤੋਂ ਸ਼ਾਮ ਤੱਕ ਸਰ ਜੰਗ ਦੀਆਂ ਗੱਲਾਂ ਕਰਦੇ ਹਾਂ ਅਸੀਂ। ਉਹ ਫਿਰ ਅਸੀਂ ਸੁਪਰਫੀਸ਼ੀਅਲ ਜੰਗ ਦੀਆਂ ਗੱਲਾਂ ਕਰ ਰਹੇ ਹਾਂ ਨਾ। ਅਸੀਂ ਇੱਕ ਕਿਸਮ ਦਾ ਮੇਕ ਬਲੀਫ ਜਿਹਨੂੰ ਕਹਿੰਦੇ ਆ, ਲੋਕਾਂ ਨੂੰ ਕਿਸੇ ਪਾਸੇ ਲਿਜਾਣ ਵਾਸਤੇ ਗੱਲਾਂ ਕਰਦੇ ਹਾਂ ਅਸੀਂ। ਜੇ ਮੈਂ ਇੱਕ ਸ਼ਬਦ ਯੂਜ਼ ਕਰਾਂ, ਉਹਨੂੰ ਪ੍ਰੋਪੇਗੈਂਡਾ ਵੀ ਕਹਿ ਸਕਦੇ ਹੋ। ਤੇ ਆ ਜਿਵੇਂ ਤੁਸੀਂ ਬ੍ਰਿਗੇਡੀਅਰ ਆਰਬੀ ਸਿੰਘ ਦੀ ਆਖੀ ਇੰਜੀਨੀਅਰ ਦੀ ਗੱਲ, ਜੀ ਵਾਕਈ ਇੰਨੇ ਉੱਥੇ ਪਾਣੀ ਹੈ, ਇੰਨਾ ਦਰਿਆ ਹੈਗੇ ਹੈ, ਉਹਨਾਂ ਨੂੰ ਪਾਰ ਕਰਨਾ, ਬ੍ਰਿਜ ਉਹਨਾਂ ਨੇ ਤੋੜੇ ਹੋਏ ਸੀ ਸਾਰੇ, ਤੇ ਫਿਰ ਵੀ ਫੌਜ ਨੂੰ ਢਾਕਾ ਤੱਕ ਪਹੁੰਚਾਉਣਾ ਵੱਡੀ ਗੱਲ ਹੈਗੀ ਹੈ। ਇਸ ਤੋਂ ਇਲਾਵਾ ਕਾਫੀ ਲੋਕਾਂ ਨੂੰ ਪਤਾ ਹੀ ਨਹੀਂਗਾ ਵੀ ਜਿੰਨੀ ਇੰਟੈਲੀਜੈਂਸ ਸੀ ਆਪਣੀ ਬੰਗਲਾਦੇਸ਼, ਈਸਟ ਪਾਕਿਸਤਾਨ ਬਾਰੇ, ਵੀ ਕੀ ਹੋ ਰਿਹਾ, ਕਿੰਨੇ ਉੱਥੇ ਟਰੂਪਸ ਚਲੇ ਗਏ ਆ, ਕਿਵੇਂ ਹੋ ਗਿਆ, ਇਹਨਾਂ ਦੀ ਆਪਸ 'ਚ ਕੀ ਗੱਲਬਾਤ ਹੋ ਰਹੀ ਹੈ ਰਾਵਲਪਿੰਡੀ ਤੇ ਢਾਕਾ ਦੇ ਵਿੱਚ, ਉਹ ਸਾਨੂੰ ਬਾਹਰੋਂ ਕਿਤੋਂ ਕੋਈ ਇੰਟੈਲੀਜੈਂਸ ਨਹੀਂ ਮਿਲੀ। ਉਹ ਕੀ ਸੀ, ਫੌਜ ਦੀ ਇੱਕ ਸਿਗਨਲ ਇੰਟੈਲੀਜੈਂਸ ਯੂਨਿਟ ਇੰਟਰਸੈਪਟ ਕਰਕੇ ਦੱਸਦੀ ਸੀ ਵੀ ਹੁਣ ਇਹ ਗੱਲ ਹੋ ਗਈ ਹੈ, ਇਹ ਸਰੈਂਡਰ ਕਰਨ ਨੂੰ ਤਿਆਰ ਹੈਗੇ ਹੈ। ਉਸੇ ਨੂੰ ਅਸੀਂ ਐਕਸਪਲੋਇਟ ਕਰਕੇ ਜਾ ਕੇ ਉਹਨਾਂ ਨੂੰ ਆਖਿਆ ਵੀ ਤੁਸੀਂ ਕਰੋ ਤੇ ਅਸੀਂ ਤੁਹਾਨੂੰ ਨੁਕਸਾਨ ਨਹੀਂ ਹੋਣ ਦੇਵਾਂਗੇ। ਇਹ ਜਿਹੜੀ ਅੰਦਰੂਨੀ ਖਬਰ ਹੈਗੀ ਹੈ, ਇਹ ਸਾਡੀ ਸਿਗਨਲ ਇੰਟੈਲੀਜੈਂਸ ਨੇ ਦਿੱਤੀ ਹੈ। ਹੁਣ ਉਹ ਸਿਗਨਲ ਇੰਟੈਲੀਜੈਂਸ ਦਾ ਡਾਕਾ ਨਹੀਂ ਬੈਠਾ,
ਉਹ ਤਾਂ ਕਲਕੱਤੇ ਬੈਠਾ ਜਾਂ ਕਿਤੇ ਹੋਰ ਬੈਠਾ ਜਿੱਥੇ ਉਹ ਕਿੰਨੀ ਮਤਲਬ ਤੁਸੀਂ ਹੁਣ ਸਟੋਰੀ ਸੁਣਾ ਰਹੇ ਹੋ, ਇਟਸ ਅ ਥ੍ਰਿਲਿੰਗ ਸਟੋਰੀ ਬਾਈ ਇਟਸੈਲਫ। ਹਾਂ ਪੰਕਜ ਇੱਕ ਮੈਂ ਇਹ ਗੱਲ ਕਰਨੀ ਚਾਹ ਰਿਹਾ ਸੀ ਕਿ ਦਰਅਸਲ ਕਿਉਂਕਿ ਤੁਸੀਂ ਲਿਟਰੇਚਰ ਨਾਲ ਵੀ ਡੀਲ ਕਰਦੇ ਹੋ, ਮਿਲਟਰੀ ਲਿਟਰੇਚਰ ਨਾਲ ਡੀਲ ਕਰਦੇ ਹੋ, ਇੱਥੇ ਇਹ ਉਹ ਜਗ੍ਹਾ ਹੈ ਜਿੱਥੇ ਜੰਗ, ਸ਼ਹਾਦਤ, ਬਹਾਦਰੀ ਤੇ ਸਾਹਿਤ ਆਪਸ ਵਿੱਚ ਆ ਕੇ ਰਲਦੇ ਨੇ। ਅਸੀਂ ਕੀ ਐਜ਼ ਅ ਹਿਊਮਨ ਬੀਇੰਗ ਫੌਜੀ ਨੂੰ ਸਮਝ ਸਕਦੇ ਹਾਂ? ਕੁਝ ਇਹੋ ਜਿਹਾ ਲਿਟਰੇਚਰ ਅਵੇਲੇਬਲ ਹੁੰਦਾ ਹੈ ਕਿ ਫੌਜੀ ਵਾਪਸ ਆ ਕੇ ਸਮਾਜ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਸ਼ਾਮਿਲ ਕਰਦਾ ਹੈ। ਲੋਕ ਕਹਿੰਦੇ ਨੇ ਤੁਸੀਂ ਇੱਕ ਵਾਰੀ ਜੰਗ ਦੇਖ ਲਵੋ ਤਾਂ ਜੰਗ ਤੁਹਾਨੂੰ ਕਦੀ ਨਹੀਂ ਛੱਡਦੀ, ਜੰਗ ਹਮੇਸ਼ਾ ਤੁਹਾਡੇ ਨਾਲ ਰਹਿੰਦੀ ਹੈ। ਫੌਜ ਦੇ ਵਿੱਚ ਜੀਵਨ ਬਿਤਾ ਲਵੋ ਤੇ ਫੌਜ ਵੀ ਤੁਹਾਨੂੰ ਕਦੀ ਨਹੀਂ ਛੱਡਦੀ। ਪਰ ਸਿਵਲੀਅਨ ਲਾਈਫ ਦੇ ਵਿੱਚ ਆ ਕੇ ਉਹ ਕਿੱਦਾਂ ਐਡਜਸਟ ਹੁੰਦੇ ਨੇ? ਵੈਸਟ ਦੇ ਵਿੱਚ ਤਾਂ ਬਹੁਤ ਲੰਬੀ ਟ੍ਰੈਡੀਸ਼ਨ ਹੈ ਇਹਦੇ ਬਾਰੇ। ਬੈਸਟ ਈਅਰਸ ਆਫ ਆਰ ਲਾਈਵਸ 1946 ਦੀ ਫਿਲਮ ਹੈ, ਫਰੈਡਰਿਕ ਮਾਰਚ ਦੀ। ਅੱਜ ਤੱਕ ਲੋਕ ਉਹਦੀ ਗੱਲ ਕਰਦੇ ਨੇ ਕਿ ਦੇਖੋ ਕੀ ਮੁਸ਼ਕਲਾਂ ਹੁੰਦੀਆਂ ਨੇ। ਕੀ ਤੁਹਾਡੇ ਕੀ ਇਹਦੇ ਬਾਰੇ ਲਿਟਰੇਚਰ ਹੈ? ਨਾਟ ਜਸਟ ਯੋਰ ਪਬਲਿਸ਼ਿੰਗ ਹਾਊਸ, ਕੀ ਹੋਰ ਲੋਕ ਜਿਹੜੇ ਮਿਲਟਰੀ ਰਿਲੇਟਡ, ਵੈਟਰਨਸ ਰਿਲੇਟਡ ਲਿਟਰੇਚਰ ਛਾਪਦੇ ਨੇ, ਕੀ ਇਹਦੇ ਬਾਰੇ ਬਹੁਤ ਸਾਰਾ ਸਾਹਿਤ ਅਵੇਲੇਬਲ ਹੈ? ਨਹੀਂ, ਸਾਹਿਤ ਅਵੇਲੇਬਲ ਨਹੀਂ ਹੈ। ਇਹੀ ਸਭ ਤੋਂ ਵੱਡਾ ਗੈਪ ਹੈ, ਕਿਉਂਕਿ ਤੁਸੀਂ ਦੇਖੋ ਸਾਡੇ ਕੋਲ ਲਿਖਣ ਦੀ ਕਲਚਰ ਨਹੀਂ ਹੈ। ਜਿਸ ਵੈਸਟ ਨਾਲ ਤੁਸੀਂ ਕੰਪੇਅਰ ਕਰ ਰਹੇ ਹੋ, ਉੱਥੇ ਇੱਕ ਲਿਖਣ ਦੀ ਕਲਚਰ ਹੈਗੀ ਹੈ ਕਿ ਜਿਹੜੇ ਲੋਕੀ ਬਾਹਰ ਆਉਂਦੇ ਨੇ ਉਹ ਆਪਣੇ ਐਕਸਪੀਰੀਐਂਸਸ ਰਿਕਾਰਡ ਕਰਦੇ ਨੇ, ਲਿਖਦੇ ਨੇ, ਕਿਤਾਬਾਂ ਲਿਖਦੇ ਨੇ ਤੇ ਇਹ ਉਹਨਾਂ ਦਾ ਸਾਹਿਤ ਬਣੀ ਜਾਂਦਾ। ਸਾਡੇ ਕੋਲ ਇਹੀ ਇੱਕ ਗੈਪ ਹੈਗਾ ਕਿ ਸਾਡੇ ਜਿਹੜੇ ਜਵਾਨ ਨੇ ਜਾਂ ਜੇਸੀਓ ਨੇ ਜਿਹੜੇ ਰਿਟਾਇਰ ਹੋ ਕੇ ਆ ਰਹੇ ਨੇ, ਤੁਹਾਨੂੰ ਹਾਰਡਲੀ ਕੋਈ ਕਿਤਾਬ ਮਿਲੇਗੀ, ਸ਼ਾਇਦ ਹੀ ਕੋਈ ਕਿਤਾਬ ਮਿਲੇਗੀ ਜਿਹੜੀ ਉਹਨਾਂ ਨੇ ਲਿਖੀ ਹੋਵੇਗੀ ਜਿਹੜੀ ਇਹੋ ਜਿਹੀ ਚੀਜ਼ਾਂ ਬਾਰੇ ਗੱਲ ਕਰਦੀ ਹੈ ਕਿ ਵੀ ਫੌਜ ਤੋਂ ਬਾਹਰ ਆ ਕੇ ਜਾਂ ਫੌਜ ਦੇ ਅੰਦਰ ਉਹਨਾਂ ਦਾ ਕੀ ਐਕਸਪੀਰੀਅੰਸ ਸੀ। ਤੇ ਇੱਕ ਮੇਰਾ ਇਹ ਮੰਨਣਾ ਹੈਗਾ ਕਿ ਵੀ ਓਰਲ ਹਿਸਟਰੀ ਇਹਨੂੰ ਇਸ ਗੈਪ ਨੂੰ ਕਵਰ ਕਰ ਸਕਦੀ ਹੈ। ਓਰਲ ਹਿਸਟਰੀ ਇਸ ਨੂੰ ਪੂਰਾ ਕਰ ਸਕਦੀ ਹੈ, ਓਰਲ ਹਿਸਟਰੀ ਪੂਰਾ ਕਰ ਸਕਦੀ ਹੈ ਆਪਣੀ ਜ਼ਬਾਨੀ ਜੀ, ਓਰਲ ਹਿਸਟਰੀ ਪੂਰਾ ਕਰ ਸਕਦੀ ਹੈ। ਬਟ ਦੈਟ ਬ੍ਰਿੰਗਸ ਮੀ ਟੂ ਅਨਦਰ ਕੁਐਸਚਨ। ਜਨਰਲ ਸਾਹਿਬ, ਇਹ ਤੁਸੀਂ ਵੀ ਕਿਤਾਬ ਲਿਖੀ ਹੈ, ਮੈਂ ਡਰਮਰਸ ਕਾਲ, ਤੇ ਮੈਂ ਇਹਦੀ ਰੈਦਰ ਗੱਲ ਕਰਨੀ ਚਾਹਾਂਗਾ। ਮੈਂ ਦਰਅਸਲ ਬੈਠ ਕੇ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਇਹਦੀ ਗੱਲ ਕਰਨੀ ਚਾਹਾਂਗਾ। ਮੈਂ ਥੋੜੀ ਜਿਹੀ ਗੱਲ ਅੱਜ ਕਰ ਲੈਣਾ, ਕਿਸ ਦਿਨ ਕੋਈ 24 ਆਵਰ ਲੰਬਾ ਪ੍ਰੋਗਰਾਮ ਹੋਵੇ, ਕਿਉਂਕਿ ਵਿਕਰਮਜੀਤ ਜੀ ਨੇ ਵੀ ਪੜ੍ਹੀ ਹੈ ਤੇ ਇਹਦੀਆਂ ਤਾਂ ਮੈਂ ਇੰਨੀਆਂ ਗੱਲਾਂ ਕਰਨੀਆਂ ਚਾਹੁੰਦਾ। ਪਰ ਤੁਸੀਂ ਜਦੋਂ ਮੈਂ ਹੁਣ ਵੀ ਦੇਖਦਾ ਜਿਹੜੇ ਲੇਖਕ ਵੀ ਨੇ ਫੌਜ ਵਿੱਚੋਂ ਆਉਂਦੇ ਨੇ, ਉਹ ਸਾਰੇ ਤੁਸੀਂ ਵੱਡੇ ਵੱਡੇ ਜਰਨੈਲ ਹੋ ਕੀ, ਔਰ ਜਰਨੈਲ ਪੜ੍ਹਦੇ ਵੀ ਜ਼ਾਹਿਰ ਤੌਰ ਦੇ ਉੱਤੇ ਬਹੁਤ ਨੇ, ਆਫੀਸਰ ਪੜ੍ਹ ਰਹੇ ਨੇ, ਜਵਾਨ ਕਿੰਨਾ ਕੁ ਪੜ੍ਹ ਰਿਹਾ, ਤੇ ਲਿਖ ਵੀ ਅਫਸਰ ਰਿਹਾ ਤੇ ਜਵਾਨ, ਤੇ ਉਹ ਪੰਕਜ ਜੀ ਦੱਸ ਰਹੇ ਨੇ ਕਿ ਜਵਾਨ ਲਿਖਣ ਵਾਲਾ ਤੇ ਕੋਈ ਲੱਭਦਾ ਹੀ ਨਹੀਂ ਹੈ। ਫੌਜ ਦੇ ਵਿੱਚ ਇੱਕ ਹਮੇਸ਼ਾ ਕਲਾਸ ਹਾਇਰਾਰਕੀ ਸੀ, ਅਫਸਰ ਅਲੱਗ ਜਮਾਤ ਹੈ, ਜਵਾਨ ਅਲੱਗ ਜਮਾਤ ਹੈ। ਇਹ ਤਾਂ ਫਿਰ ਹੋਰ ਸਮਾਜ ਦੇ ਵਿੱਚ ਇੱਕ ਹਾਇਰਾਰਕੀ ਹੋਰ ਜ਼ਿਆਦਾ ਆਪਸ ਵਿੱਚ ਗਲਫ ਆਂਦੀ ਜਾ ਰਹੀ ਹੈ, ਇਹ ਤਾਂ ਖਾਈ ਵਿਚਕਾਰ ਆ ਗਈ ਨਾ। ਹਾਂਜੀ, ਇਹਦੇ ਵਿੱਚ ਦੋ ਤਿੰਨ ਗੱਲਾਂ ਹੈਗੀਆਂ। ਪਹਿਲਾਂ ਤੁਸੀਂ ਜ਼ਿਕਰ ਕੀਤਾ ਆਪਣੇ ਜਵਾਨਾਂ ਦੇ ਲਿਖਣ ਦਾ। ਪੂਰੇ ਅੰਗਰੇਜ਼ੀ ਰਾਜ ਦੇ ਅੰਦਰ ਜਦੋਂ ਆਪਣੇ ਹਿੰਦੁਸਤਾਨੀ ਸਿਪਾਹੀ ਉਹਨਾਂ ਨੇ ਭਰਤੀ ਕੀਤੇ ਜੀ, ਸਿਰਫ ਇੱਕ ਕਿਤਾਬ ਹੈਗੀ ਹੈ ਸੂਬੇਦਾਰ ਸੀਤਾਰਾਮ ਦੀ ਜੀ। ਉਹ ਕਹਿੰਦਾ ਸਿਪਾਹੀ ਟੂ ਸੂਬੇਦਾਰ, ਮੈਂ ਸਿਪਾਹੀ ਤੋਂ ਸੂਬੇਦਾਰ ਕਿਵੇਂ ਬਣਿਆ। ਉਹਦੀ ਸਰਵਿਸ ਸੀ ਕੋਈ 1830 ਤੋਂ ਲੈ ਕੇ ਤੇ ਕੋਈ 60 ਤੱਕ ਜੀ। ਤੇ ਉਹਨੇ ਆਪਦੀ ਪੂਰੀ ਜ਼ਿੰਦਗੀ, ਫੌਜੀ ਜ਼ਿੰਦਗੀ ਦੀ ਕਹਾਣੀ ਲਿਖੀ। ਉਹ ਫਿਰ 1900 ਕੁਛ ਦੇ ਵਿੱਚ ਇੱਕ ਅੰਗਰੇਜ਼ ਅਫਸਰ ਨੇ ਉਹਨੂੰ ਟਰਾਂਸਲੇਟ ਕਰਕੇ ਤੇ ਅੰਗਰੇਜ਼ੀ 'ਚ ਪਬਲਿਸ਼ ਕੀਤੀ। ਤੇ ਹਰੇਕ ਅੰਗਰੇਜ਼ੀ ਅਫਸਰ ਵਾਸਤੇ ਇੰਡੀਆ ਆਉਣ ਵਾਸਤੇ ਉਹ ਜ਼ਰੂਰੀ ਪੜ੍ਹਨਾ ਕਰਤਾ। ਇੱਕੋ ਹੀ ਕਿਤਾਬ ਹੈ। ਦੱਸੋ, ਉਸ ਆਦਮੀ ਨੇ ਅਫਗਾਨ ਬਾਰੇ ਲਿਖਿਆ ਵੀ ਜੇ ਮੇਮ ਸਾਹਿਬ ਸਾਨੂੰ ਲੀਡ ਕਰਦੀਆਂ ਹੁੰਦੀਆਂ ਤੇ ਉਹ ਜੰਗ ਸ਼ਾਇਦ ਅਸੀਂ ਜਿੱਤ ਜਾਂਦੇ। ਮੈਂ ਉਹ ਕਿਤਾਬ ਤੋਂ ਵਾਕਿਫ ਹਾਂ। ਮੈਂ ਦੂਜੀ ਗੱਲ ਇਹ ਹੈਗੀ ਹੈ ਕਿ ਠੀਕ ਹੈ ਅਫਸਰ ਜ਼ਿਆਦਾ ਪੜ੍ਹਦੇ ਆ, ਸਪੈਸ਼ਲੀ ਸੀਨੀਅਰ ਰੈਂਕ ਦੇ, ਕਿਉਂਕਿ ਉਹਨਾਂ ਨੂੰ ਪੜ੍ਹਨ ਦੀ ਲੋੜ ਵੀ ਹੈਗੀ ਹੈ। ਤੇ ਹੁਣ ਜਿਹੜਾ ਜਵਾਨ ਹੈ ਅੱਜ ਦਾ, ਇਹ ਬੇਸ਼ੱਕ ਪੜ੍ਹਦਾ ਨਹੀਂ ਜਾਂ ਲਿਖਦਾ ਨਹੀਂ, ਲੇਕਿਨ ਇਹਦੀ ਇਨਫੋਰਮੇਸ਼ਨ 'ਚ ਉਹ ਕਮੀ ਨਹੀਂ ਜਿਹੜੀ ਪਹਿਲਾਂ ਸੀਗੀ। ਅੱਜ ਕੱਲ੍ਹ ਮੀਡੀਆ ਤੁਹਾਡਾ, ਮੋਬਾਈਲ ਹੈਗੇ ਹੈ, WhatsApp ਹੈਗੇ ਹੈ, TV ਚੈਨਲਾਂ ਹੈਗੀਆਂ, ਇੰਟਰਨੈਟ ਹੈਗਾ, ਇਹਨਾਂ ਸਾਰੀਆਂ ਤੋਂ ਉਹਨੂੰ ਕੁਛ ਨਾ ਕੁਛ ਰੋਜ਼ ਇਨਫੋਰਮੇਸ਼ਨ ਮਿਲਦੀ ਹੈ। ਤੇ ਉਹ ਆਪਦੇ ਇਹ ਜਿਹੜੀ ਇਨਫੋਰਮੇਸ਼ਨ ਮਿਲਦੀ ਹੈ ਇਹ ਜਵਾਨ ਨਾਲ ਕੀ ਕਰਦੀ ਹੈ? ਤੇ ਮੈਂ ਇੱਕ ਹੋਰ ਜਵਾਨ ਬਾਰੇ ਗੱਲ ਕਰਨੀ ਚਾਹ ਰਿਹਾ। ਪੰਕਜ ਜੀ, ਥੈਂਕ ਯੂ ਵੈਰੀ ਮੱਚ। ਪਰ ਜਦੋਂ ਤੁਸੀਂ ਇਹ ਪ੍ਰੋਗਰਾਮ ਘਰ ਜਾ ਕੇ ਦੁਬਾਰਾ ਜਦੋਂ ਰਿਪੀਟ ਤੇ ਆਏਗਾ TV ਤੋਂ ਦੇਖੋਗੇ ਤਾਂ ਸ਼ਾਇਦ ਤੁਹਾਨੂੰ ਇੱਕ ਹੋਰ ਜਵਾਨ ਲੱਭਣਾ ਪੈ ਜਾਵੇ ਉਹਦੀ ਗੱਲਬਾਤ ਲਈ, ਕਿਉਂਕਿ ਉਹਦੇ ਬਾਰੇ ਮੈਂ ਬ੍ਰੇਕ ਤੋਂ ਬਾਅਦ ਦੁਬਾਰਾ ਆ ਕੇ ਗੱਲ ਕਰਨੀ ਹੈ। ਉਸ ਜਵਾਨ ਬਾਰੇ ਜਿਸਨੇ ਕੁਝ ਨਹੀਂ ਲਿਖਿਆ, ਤੇ ਕਾਸ਼ ਜੇ ਕਿਧਰੇ ਉਹ ਜਵਾਨ ਤੁਹਾਡੇ ਵਰਗੇ ਲੋਕ ਲੱਭ ਲੈਣ ਤੇ ਉਹ ਕੁਝ ਲਿਖ ਦੇਵੇ। ਵੀਲ ਟਾਕ ਅਬਾਊਟ ਦੈਟ ਜਵਾਨ ਆਫਟਰ ਵੀ ਕਮ ਬੈਕ ਫਰੋਮ ਦਿਸ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਮੈਂ ਵਾਅਦਾ ਕੀਤਾ ਸੀ ਕਿ ਇੱਕ ਜਵਾਨ ਬਾਰੇ ਗੱਲ ਕਰਨੀ ਹੈ, ਤੇ ਜੇ ਕੋਈ ਪਬਲਿਸ਼ਰ ਉਸ ਨੂੰ ਲੱਭ ਲਵੇ, ਕੋਈ ਯੂਟਿਊਬਰ ਜਾ ਕੇ ਉਹਨੂੰ ਕਿਧਰੋਂ ਭਾਲ ਲਵੇ, ਤੇ ਜੇ ਉਹਦੇ ਪਿੰਡ ਦੇ ਵਿੱਚ ਕੋਈ ਸੁਣਦਾ ਪੜ੍ਹਦਾ ਲਿਖਦਾ ਹੋਵੇ ਤਾਂ ਉਹਦੇ ਬਾਰੇ ਸਾਨੂੰ ਕੋਈ ਦੱਸ ਪਾਵੇ। ਜਨਰਲ ਬਰਾੜ ਸਾਹਿਬ ਦੀ ਇਹ ਕਿਤਾਬ ਹੈ। ਜਨਰਲ ਬਰਾੜ, ਇਹ ਡਰਮਰਸ ਕਾਲ ਦੀ ਕਿਤਾਬ ਦਾ ਕੋਈ ਇਹੋ ਜਿਹਾ ਪੰਨਾ ਨਹੀਂ ਜਿਹੜਾ ਥ੍ਰਿਲਿੰਗ ਨਾ ਹੋਵੇ।
ਪਰ ਮੈਂ ਸ਼ੁਰੂ ਦੇ ਵਿੱਚ ਤੁਸੀਂ ਇੱਕ ਪੁਰਾਣੇ ਫੌਜੀ ਦਾ ਜ਼ਿਕਰ ਕੀਤਾ। ਮੈਂ ਜਿਸ ਵੇਲੇ ਦੇਖਦਾ ਆਪਣੇ ਪੋਲੀਟੀਸ਼ੀਅਨਸ ਨੂੰ ਗੱਲ ਕਰਦੇ ਹਾਂ ਫੌਜ ਬਾਰੇ, ਫੌਜੀਆਂ ਬਾਰੇ, ਕਾਰਗਿਲ ਦੇ ਉੱਤੇ ਖੜੇ ਜਵਾਨ ਬਾਰੇ, ਤਾਂ ਉਹਦੇ ਵਿੱਚੋਂ ਇਸ ਕਿਸਮ ਦੇ ਫੌਜੀ ਵਿਕਰਮਜੀਤ ਜੀ ਮਾਈਨਸ ਹੋ ਜਾਂਦੇ ਨੇ। ਇਹਨਾਂ ਦੇ ਨਾਲ ਕੰਮ ਕਰਦੇ ਸੀ ਜਮਾਦਾਰ ਕਿਰਪਾਲ ਸਿੰਘ ਜੀ। ਮਤਲਬ ਹਿੰਦੁਸਤਾਨ ਤੋਂ ਆਖਰੀ ਅੰਗਰੇਜ਼ ਜਾ ਰਹੇ ਨੇ ਆਜ਼ਾਦੀ ਦੇ ਕੇ, ਤੇ ਉਹ ਬੈਟਲਸ਼ਿਪ ਜਿਹੜਾ ਉਹਨਾਂ ਦਾ ਐਮਪ੍ਰੈਸ ਆਫ ਆਸਟ੍ਰੇਲੀਆ ਉਹ ਬੰਬੇ ਗੇਟਵੇ ਆਫ ਇੰਡੀਆ ਦੇ ਨਾਲ ਖੜਾ ਹੋਇਆ ਹੈ, ਤੇ ਉੱਥੇ ਬੈਂਡ ਵਜਾਇਆ ਜਾ ਰਿਹਾ ਹੈ। ਮੈਨੂੰ ਕੋਈ ਨਾ ਕੁੱਟੇ, ਇਹ ਬੈਂਡ ਉਸ ਵੇਲੇ ਵਜਾਇਆ ਸੀ ਉਹਨਾਂ ਨੇ, ਗੋਡ ਸੇਵ ਦਾ ਕਿੰਗ, ਤੇ ਉਸ ਤੋਂ ਬਾਅਦ ਵੰਦੇ ਮਾਤਰਮ ਬੈਂਡ ਨੇ ਇਕੱਠਾ ਵਜਾਇਆ ਸੀ। ਆਖਰੀ ਫੌਜੀ ਉਸ ਜਹਾਜ਼ ਤੇ ਗਏ ਤੇ ਕਿਰਪਾਲ ਸਿੰਘ ਉਹਨਾਂ ਨੂੰ ਦੇਖ ਰਹੇ ਸੀ। ਉਸ ਤੋਂ ਬਾਅਦ ਕਿਰਪਾਲ ਸਿੰਘ ਜੀ ਜੂਨਾਗੜ੍ਹ ਦੇ ਵਿੱਚ ਪ੍ਰੋਬਲਮ ਹੁੰਦੀ ਹੈ, ਉੱਥੇ ਪਹੁੰਚ ਜਾਂਦੇ ਨੇ। हैदराबाद ਦੇ ਵਿੱਚ ਪ੍ਰੋਬਲਮ ਹੁੰਦੀ ਹੈ, ਪੁਲਿਸ ਐਕਸ਼ਨ ਹੁੰਦਾ ਹੈ। ਬੇਸਿਕਲੀ ਅਸੀਂ ਨਿਜ਼ਾਮ हैदराबाद ਨੂੰ ਆਪਣੇ ਨਾਲ ਹਿੰਦੁਸਤਾਨ ਦੇ ਵਿੱਚ ਮਿਲਾਣਾ ਹੁੰਦਾ, ਜਿਹਦੀਆਂ ਅਸੀਂ ਸਿਫਤਾਂ ਕਰਦੇ ਸਰਦਾਰ ਪਟੇਲ ਦੀਆਂ ਥੱਕ ਜੰਨੇ ਆ। ਉੱਥੇ ਕਿਰਪਾਲ ਸਿੰਘ ਜੀ ਲੜ ਰਹੇ ਨੇ। ਫਿਰ ਕਿਰਪਾਲ ਸਿੰਘ ਜੀ ਸ਼ਿਮਲਾ ਹਿੱਲ ਆ ਜਾਂਦੇ ਨੇ, ਤੇ ਇੱਥੇ ਜਿੱਥੇ ਅਸੀਂ ਬੈਠੇ ਆ ਦੇ ਕੋਲੋਂ ਦੀ ਲੰਘਦੇ ਨੇ, ਤੇ ਉਸ ਵੇਲੇ ਪਿਲਰ ਖੜੇ ਹੋਏ ਨੇ ਤੇ ਝੰਡੇ ਖੜੇ ਹੋਏ ਨੇ। ਇਹ ਜ਼ਮੀਨ ਆ ਖਾਲੀ ਜਿਸ ਨੇ ਚੰਡੀਗੜ੍ਹ ਬਣਨਾ ਸੀ। ਇਹ ਪਲੈਨਿੰਗ ਉਸ ਵੇਲੇ ਹੋ ਰਹੀ ਸੀ, ਤੇ ਕਿਰਪਾਲ ਸਿੰਘ ਜੀ ਇਹਨਾਂ ਨੂੰ ਦੇਖਦਿਆਂ ਆਂਦੇ ਜਾਂਦੇ ਨੇ। ਫਿਰ ਯੂਨਾਈਟਿਡ ਨੇਸ਼ਨਸ ਦੀ ਫੌਜ ਵਿੱਚ ਭੇਜੇ ਜਾਂਦੇ ਨੇ, ਗਾਜ਼ਾ ਵਿੱਚ ਜਾ ਕੇ ਲੜਦੇ ਨੇ, ਮਹਾਰਾਜਾ ਪਟਿਆਲਾ ਤੋਂ ਇਨਾਮ ਹਾਸਲ ਕਰਦੇ ਨੇ, ਮੈਡਲ ਹਾਸਲ ਕਰਦੇ ਨੇ, ਆਪਣੀ ਫੋਟੋ ਦਿਖਾਣ ਆਉਂਦੇ ਨੇ, ਤੇ ਇੱਕ ਦਿਨ ਉਹ ਤੁਹਾਨੂੰ ਮਿਲਣ ਆਉਂਦੇ ਨੇ। ਅੰਤ ਨੂੰ ਜਦੋਂ ਰਿਟਾਇਰ ਹੁੰਦੇ ਨੇ ਤੇ ਗਾਜ਼ਾ ਵਾਲੀ ਘੜੀ ਵੀ ਦਿਖਾਉਂਦੇ ਨੇ। ਤੇ ਤੁਸੀਂ ਜਿਸ ਵੇਲੇ ਇਹ ਕਿਤਾਬ ਲਿਖੀ ਸੀ, ਇਹ 2018-19 ਦੀ ਕਿਤਾਬ ਹੈ, 19 ਦੇ ਆਸ-ਪਾਸ ਤੁਸੀਂ ਲਿਖੀ ਹੈ, ਉਸ ਵੇਲੇ ਤੱਕ ਕਿਰਪਾਲ ਸਿੰਘ ਜੀ ਸਨ, ਫਿਰੋਜ਼ਪੁਰ ਨੂੰ ਉਹ ਬਿਲੋਂਗ ਕਰਦੇ ਨੇ। ਹੁਣ ਤੁਸੀਂ ਇਹ ਦੱਸੋ ਕਿ ਕਿਰਪਾਲ ਸਿੰਘ ਜੇ ਆਪਣੀ ਕਹਾਣੀ ਲਿਖੇ, ਜਿਸ ਵਿਅਕਤੀ ਉਹਦਾ ਕਿੰਨਾ ਮਤਲਬ, ਔਰ ਇਹ ਕਹਾਣੀ ਮੈਂ ਕਿਰਪਾਲ ਸਿੰਘ ਜੀ ਦਾ ਨਾਮ ਇਸ ਤਰ੍ਹਾਂ ਲੈ ਰਿਹਾ, ਹੀ ਰਿਟਾਇਰਡ ਐਸ ਸਰਜੈਂਟ ਕਿਰਪਾਲ ਸਿੰਘ। ਸਾਡਾ ਹਰ ਫੌਜੀ ਇਸ ਕਿਸਮ ਦੇ ਉਹਦੇ ਵਿੱਚੋਂ ਜਾਂਦਾ। ਕੋਈ ਬਰਮਾ ਬਾਰਡਰ ਤੇ ਲੜ ਰਿਹਾ, ਕੋਈ ਦੂਸਰੇ ਕੰਟਰੀ ਜੋ ਕਿ ਲੋਕ ਜਾ ਕੇ ਮਲਾਇਆ ਚ ਲੜ ਰਹੇ ਨੇ, ਲੋਕ ਨੇਫਾ ਚ ਲੜ ਰਹੇ ਨੇ, ਲੋਕ ਪਾਕਿਸਤਾਨੀਆਂ ਨਾਲ ਲੜ ਰਹੇ ਨੇ। ਅਸੀਂ ਇੱਕ ਮੇਜਰ ਸ਼ੈਤਾਨ ਸਿੰਘ ਦੀ ਸਟੋਰੀ, ਅਹੀਰ ਰੈਜੀਮੈਂਟ, ਉਹ ਲੀਡ ਕਰਦੇ ਸੀ ਅਹੀਰ ਦੀ ਪਲਾਟੂਨ, ਤੇ ਉਹ ਹਕੀਕਤ ਫਿਲਮ, ਤੇ ਉਹ ਮੇਰੇ ਕੰਨਾਂ 'ਚ ਅੱਜ ਤੱਕ ਗੂੰਜਦਾ। ਉਹ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਗਾਣਾ, ਤੇ कैफी आजमी होरां दा लिखिया होया, हो के मजबूर मैं तेरे दर से चला था, वो रोक लेगी बुला लेगी मुझको। तो ये कहानियां साडे हर फौजी कोल पईयां ने। एक ਇਹਦੇ ਬਾਰੇ ਗੱਲ ਕਿਉਂ ਨਹੀਂ ਹੁੰਦੀ? ਸਾਡਾ ਹਰ ਫੌਜੀ ਕਹਾਣੀ ਹੈ, ਪਰ ਅਸੀਂ ਫੌਜੀ ਦੀ ਗੱਲ ਨਹੀਂ ਕਰ ਰਹੇ। ਟੈਲ ਮੀ ਨਾਓ ਕਿ ਅੱਜ ਦਾ ਫੌਜੀ ਡਿਫਰੈਂਟ ਹੈ ਕਿ ਉਹ ਕਿਰਪਾਲ ਸਿੰਘ ਵਰਗਾ ਹੀ ਹੈ? ਬੇਸਿਕਲੀ ਉਹ ਕਿਰਪਾਲ ਸਿੰਘ ਹੀ ਹੈ। ਬੇਸਿਕਲੀ ਉਹ ਕਿਰਪਾਲ ਸਿੰਘ ਹੀ ਹੈ। ਹਾਂ, ਪਰ ਇਹ ਅੱਜ ਦਾ ਫੌਜੀ ਨਰਿੰਦਰ ਮੋਦੀ ਹੋਰਾਂ ਦੀਆਂ ਸਪੀਚਸ ਸੁਣਦਾ ਹੋਏਗਾ, ਮਨ ਕੀ ਬਾਤ ਸੁਣਦਾ ਹੋਏਗਾ, ਅਖਬਾਰਾਂ ਪੜ੍ਹਦਾ ਹੋਏਗਾ, ਲੋਕਾਂ ਨੂੰ ਪਾਕਿਸਤਾਨ ਜਾਣ ਲਈ ਕਿਹਾ ਜਾਂਦਾ, ਕਹਿੰਦਾ ਹੋਵੇਗਾ ਕਿ ਫੌਜ ਐਜ਼ ਅ ਕਲੈਕਟਿਵ ਉਹ ਫੌਜੀ ਬਦਲ ਵੀ ਰਿਹਾ ਹੋਏਗਾ। ਬਦਲੇਗਾ ਤਾਂ ਸਹੀ, ਅੱਜ ਦੇ ਜ਼ਮਾਨੇ ਵਿੱਚ ਜੋ ਮੀਡੀਆ ਹੈ, ਜੋ ਉਹਦੀ ਇਨਫੋਰਮੇਸ਼ਨ ਹੈ, ਉਹਦੇ ਨਾਲ ਬਦਲੇਗਾ। ਪਰ ਬੇਸਿਕ ਜੋ ਆਪਣਾ ਫੌਜੀ ਹੈ ਉਹ ਕਿਰਪਾਲ ਸਿੰਘ ਹੀ ਹੈ, ਕਿਉਂਕਿ ਉਹ ਫੇਰ ਵੀ ਅਜੇ ਉਹਨਾਂ ਹੀ ਗੱਲਾਂ ਤੇ ਉਹਨਾਂ ਹੀ ਚੀਜ਼ਾਂ ਤੇ ਕਾਇਮ ਰਹਿੰਦਾ ਹੈ ਜਿਹਦੇ ਵਾਸਤੇ ਉਹਨੂੰ ਫੌਜ ਦੇ ਵਿੱਚ ਟ੍ਰੇਨ ਕੀਤਾ ਜਾਂਦਾ ਹੈ। ਦੋ ਚੀਜ਼ਾਂ ਦਾ ਡਰ ਹੈ, ਐਥੀਕਲ ਕੰਪੋਨੈਂਟ ਦੇ ਉੱਤੇ ਤਾਂ ਵਿਕਰਮਜੀਤ ਜੀ ਉਹ ਕਾਇਮ ਰਹਿੰਦਾ ਹੈ, ਪਰ ਜੇ ਉਹ ਫੌਜੀ ਅੱਜ ਦੀ ਡੇਟ ਦੇ ਵਿੱਚ ਵੀ ਕਿਰਪਾਲ ਸਿੰਘ ਹੈ ਤਾਂ ਮੈਨੂੰ ਡਰ ਵੀ ਲੱਗਦਾ, ਕਿਉਂਕਿ ਅੱਜ ਦੇ ਫੌਜੀ ਬੜਾ ਡਿਫਰੈਂਟ ਹੋਣਾ ਚਾਹੀਦਾ। ਕੀ ਅਸੀਂ ਉਸ ਕਿਸਮ ਦਾ ਹਿਊਮਨ ਰਿਸੋਰਸ ਮਟੀਰੀਅਲ ਤਿਆਰ ਕਰ ਰਹੇ ਹਾਂ ਕਿ ਉਹਦੇ ਤੇ ਕੰਮ ਹੋ ਰਿਹਾ? ਉਹ ਕੈਪੇਬਿਲਿਟੀਜ਼ ਜਦ ਵਧਣਗੀਆਂ, ਟੈਕਨੋਲੋਜੀ ਇੰਟਰਡਕਟ ਹੋਏਗੀ, ਤਦ ਤੁਸੀਂ ਉਹਨੂੰ ਫੌਜੀ ਨੂੰ ਵੀ ਕੰਪੈਟੇਬਲ ਟ੍ਰੇਨਿੰਗ ਦੋਗੇ ਨਾ। ਜਦ ਤੁਹਾਡੇ ਕੈਪੇਬਿਲਿਟੀਜ਼ ਆਰ ਵੀ देयर ਕਿ ਅਸੀਂ ਉੱਥੇ ਹਾਂ, ਕੈਪੇਬਿਲਿਟੀਜ਼ ਆਰ ਫਾਰ ਸ਼ਾਰਟ ਆਫ ਵਾਟ ਵੀ ਨੀਡ ਟੂ ਮੈਚ ਚਾਈਨਾ ਐਂਡ ਪਾਕਿਸਤਾਨ ਟੁਗੇਦਰ। ਸੋ ਜਦੋਂ ਕੈਪੇਬਿਲਿਟੀਜ਼ ਇਨਹੈਂਸ ਹੋਏਗੀ, ਸਾਨੂੰ ਟ੍ਰੇਨਿੰਗ, ਹੁਣ ਅਗਨੀਵੀਰ ਨੂੰ ਕਹਿੰਦੇ ਦੀ ਕਿ ਵੀ ਵਿਲ ਹੈਵ ਮੋਰ ਮਾਡਰਨ ਸੋਲਜਰਸ, ਜਿਹਨਾਂ ਦੀ ਟ੍ਰੇਨਿੰਗ ਵਿਲ ਬੀ ਮੋਰ ਇਨਕੰਪੈਟੇਬਲ ਵਿਦ ਮਾਡਰਨ ਵਾਰਫੇਅਰ। ਪਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਟ੍ਰੇਨਿੰਗ ਪੀਰੀਅਡ ਇੰਨਾ ਸ਼ਾਰਟ ਹੈ, ਉਹਨਾਂ ਦਾ ਟੈਨਿਓਰ ਹੀ ਇੰਨਾ ਸ਼ਾਰਟ ਹੈ, ਤੇ ਉਹ ਕੰਬੈਟ ਐਫੀਸ਼ੀਐਂਸੀ ਜਿਹੜੀ ਕਹਿੰਦੇ ਨੇ ਆਪਾਂ ਯੂਨਿਟ ਦੀ ਜਾਂ ਬਟਾਲੀਅਨ ਦੀ ਜਾਂ ਰੈਜੀਮੈਂਟ ਦੀ ਜਾਂ ਕੋਈ ਵੀ ਐਸਪੈਕਟ ਦੀ, ਉਹਨੂੰ 3 ਸਾਲ ਚ ਕੀ ਉਹਦੀ ਕੰਬੈਟ ਐਫੀਸ਼ੀਐਂਸੀ ਇਨਕਰੀਜ਼ ਕਰ ਦੇਗਾ। ਸਰਕਾਰ ਨੇ ਐਸੀ ਪਰਸੈਪਸ਼ਨ ਮੈਨੇਜਮੈਂਟ ਕੀਤੀ ਹੈ ਕਿ ਇਹਨਾਂ ਨੇ ਆਪਣੇ ਆਪ ਨੂੰ ਪ੍ਰੋਜੈਕਟ ਕੀਤਾ ਹੈ 56 ਇੰਚ ਛਾਤੀ, ਵੈਰੀ ਸਟਰੋਂਗ ਇੰਡੀਆ, ਵੈਰੀ ਸਟਰੋਂਗ ਮੋਦੀ ਜੀ ਐਂਡ ਆਲ। ਪਰ ਜਿਹੜੀ ਹਕੀਕਤ ਹੈ ਉਹ ਅਲੱਗ ਹੈਗੀ, ਔਰ ਉਸੇ ਕਾਰਨ ਲੋਕਾਂ ਵਿੱਚ ਇੱਕ ਫਾਲ ਕਹਿੰਦੇ ਕਿ ਇੱਕ ਫਾਲਸ ਜਿਹਨੂੰ ਕਹਿੰਦੇ ਇੱਕ ਝੂਠ ਜਿਹਾ ਪੈ ਗਿਆ ਕਿ ਅਸੀਂ ਬਹੁਤ ਹੀ ਚਾਈਨਾ ਨਾਲ ਵੀ ਬੜੀ ਵੱਡੀ ਟੱਕਰ ਲੈ ਲਈ ਹੈ, ਪਾਕਿਸਤਾਨ ਨੂੰ ਨਾਲ ਵੀ ਟੱਕਰ ਲੈ ਲਈ ਹੈ। ਸੋ ਮੋਦੀ ਜੀ ਜਾ ਕੇ ਕਹਿੰਦੇ ਨੇ ਜੀ ਚਾਈਨਾ ਨਾਲ ਤੇ ਕੁਝ ਹੋਇਆ ਨਹੀਂ, ਕੋਈ ਸਾਡੀ ਟੈਰੀਟਰੀ ਗਈ ਨਹੀਂ, ਕੋਈ ਸਾਡੀ ਜ਼ਮੀਨ ਨਹੀਂ ਗਈ, ਕੋਈ ਅੰਦਰ ਨਹੀਂ ਆਇਆ ਕੋਈ। ਪਰ ਐਕਚੁਅਲ ਟਰੂਥ ਕੀ ਹੈ? ਐਕਚੁਅਲ ਟਰੂਥ ਹੈ ਕਿ ਚਾਈਨਾ ਅੰਦਰ ਆ ਗਈ ਹੈ, ਔਰ ਕਾਫੀ ਅੰਦਰ ਆ ਗਈ ਹੈ। ਉੱਥੇ ਸਾਡੀ ਜਿਹੜੇ ਅਸੀਂ ਏਰੀਆ ਕਲੇਮ ਕਰਦੇ ਉੱਥੇ ਆਪਣੇ ਉਹ ਬੰਕਰ ਬਣਾ ਰਹੇ ਨੇ, ਔਰ ਇਸ ਦਾ ਨਤੀਜਾ ਇਹ ਹੋਇਆ ਹੈ ਕਿ ਆਮ ਜਨਤਾ ਵਿੱਚ ਇਹ ਹੋ ਗਈ ਹੈ ਕਿ ਅਸੀਂ ਤਾਂ ਚਾਈਨਾ ਨਾਲ ਬਹੁਤ ਵਧੀਆ
ਤਰੀਕੇ ਨਾਲ ਟੱਕਰ ਕੀਤੀ ਅੱਛਾ ਹੈ। ਹੁਣ ਮਤਲਬ ਜਨਰਲ ਸਾਹਿਬ ਇਹ ਮੈਂ ਕਤਕਲਾਮ ਲਈ ਮਾਫੀ, ਇਹ ਵਿਕਰਮਜੀਤ ਮੈਨੂੰ ਬੇਸਿਕਲੀ ਕਹਿ ਰਹੇ ਨੇ ਕਿ ਜਿੱਤਣ ਦੀ ਲੋੜ ਨਹੀਂ ਹੈਗੀ, ਬਹੁਤੀ ਮੈਨੇਜ ਕਰਨ ਦੀ ਲੋੜ ਹੈ, ਵੀ ਲੋਕਾਂ ਨੂੰ ਸਮਝਾ ਦਿਓ ਵੀ ਇਹਨੂੰ ਜਿੱਤ ਕਹਿੰਦੇ ਨੇ। ਜੇ ਚਾਈਨਾ ਅੰਦਰ ਆ ਗਿਆ ਤਾਂ ਸਾਡਾ ਇਲਾਕਾ ਲੈ ਰਿਹਾ ਤੇ ਸਰਕਾਰ ਹੁਣ ਇਹ ਪਰਸੈਪਸ਼ਨ ਮੈਨੇਜਮੈਂਟ ਕਰ ਸਕਦੀ ਹੈ ਕਿ ਭਾਈ ਇਹ ਜਿੱਤ ਹੈਗੀ ਹੈ। ਦੇਖੋ ਜੀ, ਪਰਸੈਪਸ਼ਨ ਮੈਨੇਜਮੈਂਟ ਤਾਂ ਅੱਜ ਦੇ ਜ਼ਮਾਨੇ 'ਚ ਬਹੁਤ ਜ਼ਰੂਰੀ ਹੈ, ਓਕੇ। ਲੇਕਿਨ ਤੁਸੀਂ ਕੀ ਪਰਸੈਪਸ਼ਨ ਪ੍ਰੋਜੈਕਟ ਕਰ ਰਹੇ ਹੋ, ਆਪਣੀ ਜਨਤਾ ਨੂੰ ਤੁਸੀਂ ਕੀ ਦੱਸ ਰਹੇ ਹੋ, ਕਿਵੇਂ ਉਹਨਾਂ ਦਾ ਖਿਆਲ ਤੁਸੀਂ ਮੋੜ ਰਹੇ ਹੋ, ਇਹ ਹੁਣ ਕਿਹੜੇ ਪਾਸੇ ਜਾ ਰਿਹਾ ਤੇ ਕਿਵੇਂ ਹੋ ਰਿਹਾ ਉਹ ਗੱਲ ਵੱਖਰੀ ਹੈ। ਜ਼ਰੂਰਤ ਕੀ ਹੈਗੀ ਹੈ ਵੀ ਜੇ ਸੱਚ ਬੋਲਿਆ ਜਾਵੇ ਤਾਂ ਜਨਤਾ ਦੀ ਪਰਸੈਪਸ਼ਨ ਨੂੰ ਕਲੀਅਰ ਕਰਨਾ ਚਾਹੀਦਾ ਵੀ ਸਾਨੂੰ ਆਹ ਖਤਰਾ ਹੈਗਾ, ਆਹ ਸਾਡਾ ਦੁਸ਼ਮਣ ਹੈਗਾ, ਇੰਨਾ ਸਾਨੂੰ ਇਹਨਾਂ ਤੋਂ ਜਨਤਾ ਨੂੰ ਫੌਜ ਬਾਰੇ, ਜੰਗ ਨੁਕਸਾਨ ਬਾਰੇ, ਹੋ ਸ਼ਕਤੀ ਸਕਦਾ ਹੈ ਬਾਰੇ ਸੱਚ ਬੋਲਣਾ ਤੇ ਚਾਹੀਦਾ। ਇਹਨੂੰ ਸਾਨੂੰ ਡੀਲ ਕਰਨ ਵਾਸਤੇ ਜਾਂ ਇਹਦਾ ਮੁਕਾਬਲਾ ਕਰਨ ਵਾਸਤੇ ਸਾਨੂੰ ਆਹ ਕੁਝ ਕਰਨਾ ਪਊਗਾ। ਇਸ ਵੇਲੇ ਸਾਨੂੰ ਤੇ ਲੋਕਾਂ ਨੂੰ ਇਹਦੇ ਬਾਰੇ ਸਵਾਲ ਪੁੱਛਣੇ ਚਾਹੀਦੇ ਨੇ। ਵਿਕਰਮਜੀਤ ਜੀ, ਮੈਂ ਤੇ ਤੁਸੀਂ ਇਕੱਠੇ ਇਸ ਅਖਬਾਰ 'ਚ ਕੰਮ ਕਰਦੇ ਸੀ, ਇੰਡੀਅਨ ਐਕਸਪ੍ਰੈਸ ਦੇ ਵਿੱਚ। ਸ਼ੁੱਕਰਵਾਰ ਦੀ ਇੰਡੀਅਨ ਐਕਸਪ੍ਰੈਸ ਹੈ, 40 ਸਾਲ ਪੁਰਾਣੀ ਉਹ ਖਬਰ ਛਾਪਦੇ ਹੁੰਦੇ ਨੇ ਹਰ ਰੋਜ਼ ਉਹ, ਕਿ 40 ਸਾਲ ਪਹਿਲਾਂ ਕੀ ਹੋਇਆ ਸੀ। 40 ਸਾਲ ਪਹਿਲਾਂ ਏਸ਼ੀਆਡ ਗੇਮਸ ਚੱਲ ਰਹੀਆਂ ਸਨ ਤੇ ਇੰਡੀਆ ਤੇ ਪਾਕਿਸਤਾਨ ਦਾ ਫਾਈਨਲ ਹਾਕੀ ਦਾ ਮੈਚ ਹੋਇਆ ਤੇ ਪਾਕਿਸਤਾਨ ਨੇ ਇੰਡੀਆ ਨੂੰ ਸੁੱਖ ਨਾਲ 7 ਗੋਲਸ ਦੇ ਨਾਲ ਹਰਾ ਕੇ ਏਸ਼ੀਅਨ ਗੇਮਸ ਦਾ 골ਡ ਮੈਡਲ ਜਿੱਤ ਲਿਆ। 27000 ਸਪੈਕਟੇਟਰ, ਅਖਬਾਰ ਲਿਖ ਰਹੀ ਹੈ ਕਿ 27000 ਲੋਕ ਉਸ ਦੇ ਨੈਸ਼ਨਲ ਸਟੇਡੀਅਮ ਦੇ ਵਿੱਚ ਦਿੱਲੀ ਦੇ ਉੱਠ ਕੇ ਪਾਕਿਸਤਾਨ ਲਈ ਤਾੜੀਆਂ ਮਾਰ ਰਹੇ ਸੀ ਔਰ ਅਖਬਾਰ ਨੇ ਲਿਖਿਆ ਕਿ ਕਿਉਂਕਿ ਉਹ ਬਹੁਤ ਵਧੀਆ ਖੇਡੇ ਸਨ, ਲੋਕ ਵੈਲ ਡਿਜ਼ਰਵਡ ਤਾੜੀਆਂ ਮਾਰ ਰਹੇ ਸਨ। ਅੱਜ ਦੀ ਡੇਟ ਦੇ ਵਿੱਚ ਜਦੋਂ ਸਾਡਾ 56 ਇੰਚੀ ਸੀਨਾ ਹੈ ਤੇ ਪਾਕਿਸਤਾਨ ਤੋਂ ਅਸੀਂ ਐਡੇ ਤਕੜੇ ਹੋ ਗਏ ਹਾਂ, ਜੇ ਹਾਕੀ ਦਾ ਮੈਚ ਹੋ ਰਿਹਾ ਹੋਵੇ ਤੇ ਪਾਕਿਸਤਾਨ ਜਿੱਤ ਜਾਵੇ ਤੇ ਆਲਮੋਸਟ ਖਤਰਾ ਇਹਦੇ 'ਚ ਇਹ ਹੈ ਕਿ ਤੁਸੀਂ ਆਪਣੇ ਹੋਸਟਲ ਦੇ ਵਿੱਚ ਬੈਠ ਕੇ ਵੀ ਕਿਤੇ ਤਾੜੀ ਨਾ ਮਾਰ ਦੇਣਾ। ਅਸੀਂ ਦਰਅਸਲ ਇੰਨੇ ਕਮਜ਼ੋਰ ਹੋਏ ਹੀ ਇਸ ਲਈ ਹਾਂ ਕਿ ਹੁਣ ਤਾੜੀ ਮਾਰਨ ਤੋਂ ਵੀ ਡਰਦੇ ਹਾਂ, ਕਿਉਂਕਿ ਸਾਰਾ ਮਾਮਲਾ ਜੰਗ ਦਾ, ਜਿੱਤਣ ਦਾ, ਸ਼ਕਤੀ ਦਾ, ਸਮੁੰਦਰੀ ਬੇੜਿਆਂ ਦਾ, ਹਵਾਈ ਜਹਾਜ਼ਾਂ ਦਾ ਇੱਕ ਪਰਸੈਪਸ਼ਨ ਮੈਨੇਜਮੈਂਟ ਤੇ ਆ ਗਿਆ। ਜਿੰਨੀ ਦੇਰ ਤੱਕ ਇਹਨਾਂ ਨੇਤਾਵਾਂ ਤੋਂ ਜੰਗ ਬਾਰੇ, ਅਮਨ ਬਾਰੇ, ਆਪਣੇ ਦੁਸ਼ਮਣਾਂ ਬਾਰੇ ਜਾਣਨਾ, ਉਨੀ ਦੇਰ ਤੱਕ ਤੇ ਉਹ ਫਿਲਮਾਂ ਹੀ ਵਧੀਆ ਨੇ ਜਿਹਦੇ 'ਚ ਜਾ ਕੇ ਅਸੀਂ ਦੁਸ਼ਮਣ ਦੇ ਫੱਟੇ ਚੱਕ ਦਿੰਦੇ ਹਾਂ। ਅਦਰਵਾਈਜ਼ ਦੁਸ਼ਮਣ ਸਿਰ ਤੇ ਹੈ, ਜੰਗ ਲੱਗੀ ਹੋਈ ਹੈ, ਬਾਰਡਰ ਤੁਹਾਡੇ ਘਰ ਹੈ ਤੇ ਹਰ ਵਿਅਕਤੀ ਆਲੇ ਦੁਆਲੇ ਦਿਸਦਾ ਇੱਕ ਫੌਜੀ ਹੈ ਤੇ ਹਰ ਚੀਜ਼ ਜਿਹੜੀ ਤੁਹਾਨੂੰ ਸਮਝ ਆਉਂਦੀ ਹੈ ਉਹ ਅਸਲ ਵਿੱਚ ਹਥਿਆਰ ਹੈ। ਜੇ ਇਹਨਾਂ ਬਾਰੇ ਜਾਣਨਾ ਤਾਂ ਫਿਰ ਜ਼ਿਆਦਾ ਸਖਤ ਸਵਾਲ, ਜ਼ਿਆਦਾ ਸਮਝ ਸਾਜ਼ੀ ਦੇ ਨਾਲ ਪੁੱਛਣੇ ਪੈਣਗੇ। ਸਰਕਾਰ ਪੁੱਛਣ ਦੇ ਨਹੀਂ ਰਹੀ, ਇਹ ਹੀਲੇ ਵਸੀਲੇ ਆਪ ਕਰਨੇ ਪੈਣਗੇ। ਅੰਤ ਤੇ ਕਹਿੰਦੇ ਨੇ ਸੁਰੱਖਿਆ ਤੋਂ ਹੀ ਹੁੰਦਾ ਜਿਹੜੀ ਆਪਣੀ ਸੁਰੱਖਿਆ ਆਪ ਕਰਦਾ ਹੈ। ਇਹ ਹੁਣ ਇਹਨੂੰ ਕਹਿੰਦੇ ਨੇ ਆਪਣੇ ਹੱਥਾਂ ਵਿੱਚ ਲੈਣਾ, ਵਰਨਾ ਸਟੇਨਲੈਸ ਸਟੀਲ ਦਾ ਤੀਰ ਹੱਥ ਵਿੱਚ ਲੈ ਕੇ ਕੋਈ ਵੀ ਕਹਿ ਸਕਦਾ ਕਿ ਆਪਣੀ ਰੱਖਿਆ ਆਪ ਕਰੋ। ਉਹ ਗੱਲਾਂ ਵੱਖਰੀਆਂ ਹੁੰਦੀਆਂ ਨੇ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰਾਖਾ।